ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਪਿਛਲੇ ਦੀਵਾਨਾਂ ਵਿੱਚ ਆਪ ਸਭ ਸਰਵਣ ਕਰ ਚੁੱਕੇ ਹੋ। ਸ਼੍ਰੀਮਾਨ ਸੰਤ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਹਿਬ ਆ ਨੇੜੇ ਬਨਾਰਸ ਕਾਂਸ਼ੀ ਸ਼ਿਵਪੁਰੀ ਵਿੱਚ ਬਿਰਾਜਮਾਨ ਹਨ। ਇੱਥੇ ਆਪ ਜੀ ਨੇ ਇੱਥੋਂ ਦੇ ਰਾਜਾ ਕਾਂਸ਼ੀ ਨਰੇਸ਼ ਨੂੰ, ਜੋ ਸਨਾਤਨੀ ਸੀ, ਹਿੰਦੂ ਸੀ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਿੱਖੀ ਦੀ ਗੰਧ ਸੁਗੰਧ ਖੁਸ਼ਬੋਈ ਜਦੋਂ ਦੱਸੀ ਤਾਂ ਉਹ ਮਹਾਰਾਜ ਦਾ ਚਰਨਾਂ ਦਾ ਭੌਰਾ ਬਣਿਆ। ਜਿਵੇਂ ਇੱਕ ਕਹਾਵਤ ਹੈ ਸ਼ਾਸਤਰਾਂ ਦੀ, ਜਥਾ ਰਾਜਾ ਤਥਾ ਪਰਜਾ, ਜਿਵੇਂ ਰਾਜਾ ਹੁੰਦਾ ਤਿਵੇਂ ਪਰਜਾ ਹੋ ਜਾਂਦੀ। ਤੋ ਇਹਦੇ ਸਿੱਖ ਹੋਣ ਦੇ ਨਾਲ ਹੋਰ ਜਿਹੜੀ ਪਰਜਾ ਸੀ, ਉਮਤ ਸੀ, ਉਹ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੀ ਪ੍ਰੇਮਣ ਹੋਣ ਲੱਗੀ। ਜਦੋਂ ਸਾਰੀ ਪਰਜਾ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵੱਲ ਝੁਕੀ, ਉਸ ਵੇਲੇ ਕਰਮਕਾਂਡੀ ਸਨਾਤਨੀ ਬ੍ਰਹਮਚਾਰੀ ਸੰਨਿਆਸੀ ਅਤੇ ਹੋਰ ਬ੍ਰਾਹਮਣ ਜੋ ਸਨ, ਉਹਨਾਂ ਨੂੰ ਕੁਛ ਘਬਰਾਹਟ ਵੀ ਹੋਈ, ਕੁਝ ਮਨ ਵਿੱਚ ਸ਼ੰਕੇ ਵੀ ਉਤਪੰਨ ਹੋਏ। ਤੋ ਆਣ ਕੇ ਭਾਈ ਗੁਰਦਾਸ ਜੀ ਸਾਹਿਬ ਜੀ ਨੂੰ ਬੜੇ ਇਹਨਾਂ ਨੇ ਸਵਾਲ ਕੀਤੇ। ਮੁੱਖ ਰੂਪ ਦੇ ਵਿੱਚ ਇਹਨਾਂ ਦੇ 3 ਸਵਾਲ ਸਨ, ਜਿਨ੍ਹਾਂ ਦੀ ਵਿਆਖਿਆ ਪਿਛਲੇ ਕੁਛ ਦਿਨਾਂ ਤੋਂ ਆਪਾਂ ਸਰਵਣ ਕਰ ਰਹੇ ਹਾਂ। ਪਹਿਲਾ ਸਵਾਲ ਸੀ ਕਿ ਜਦੋਂ ਰਾਮ ਗਾਇਤਰੀ ਮੰਤਰ ਹੈ, ਫਿਰ ਵਾਹਿਗੁਰੂ ਮੰਤਰ ਦੀ ਕੀ ਲੋੜ ਹੈ? ਕਿ ਉਹਦੇ ਵਿੱਚ ਕੋਈ ਨਿਊਨਤਾਈ ਹੈ, ਕੋਈ ਕਮੀ ਹੈ? ਦੂਸਰਾ, ਜਦੋਂ 4 ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ ਆਦਿਕ ਇੰਨੇ ਵੱਡੇ ਗ੍ਰੰਥ ਨੇ ਮੌਜੂਦ ਨੇ, ਬ੍ਰਹਮਾ ਆਦਿਕ ਦੇ ਬਿਆਸ ਮੁਨੀ ਇਤਿਆਦਿਕ ਵਾਲੇ ਲਿਖੇ ਹੋਏ, ਮਨੂ ਰਾਜੇ ਇਤਿਆਦਿਕ ਦੀਆਂ ਲਿਖੀਆਂ ਹੋਈਆਂ ਸਿਮਰਤੀਆਂ, ਤੇ ਫਿਰ ਮਹਾਰਾਜ ਨੇ ਬਾਣੀ ਕਿਉਂ ਲਿਖੀ ਹੈ ਭਲਾ? ਉਹਦੀ ਕੀ ਲੋੜ ਪੈ ਗਈ ਹੈ? ਵੈਸੇ ਜਿਹੜਾ ਸੂਰਜ ਆ ਨਾ, ਇਹ 2 ਸਰੀਰਾਂ ਨੂੰ ਚੁੱਭਦਾ, ਇੱਕ ਉੱਲੂ ਨੂੰ ਤੇ ਇੱਕ ਚੋਰ ਨੂੰ। ਉੱਲੂ ਅੰਧ ਕਰੰਤ, ਉੱਲੂ ਅੰਨੇ ਹੋ ਜਾਂਦੇ ਨੇ ਤੇ ਚੋਰਾਂ ਨੂੰ ਚੋਰੀ ਦਾ ਅਵਸਰ ਨਹੀਂ ਮਿਲਦਾ। ਤੋ ਮਹਾਰਾਜ ਦੀ ਬਾਣੀ ਸਾਧ ਸੰਗਤ ਜੀ ਕੋਟ ਸੂਰ ਨਾਨਕ ਪ੍ਰਗਾਸ ਹੈ। ਜਿਨ੍ਹਾਂ ਨੇ ਲੋਕਾਂ ਨੂੰ ਲੁੱਟਣਾ ਘਸੁੱਟਣਾ ਠੱਗੀਆਂ ਕਰਨੀਆਂ, ਉਹ ਕਿੱਥੋਂ ਚਾਹਣਗੇ ਮਹਾਰਾਜ ਦੀ ਸਿੱਖੀ ਗੁਰਮਤ ਦਾ ਪ੍ਰਚਾਰ ਹੋਵੇ? ਕਿਉਂਕਿ ਉਹਨਾਂ ਦੇ ਫਿਰ ਲੋਟੂ ਸੁਭਾਅ ਜਿਹੜੇ ਨੇ ਉਹ ਸਫਲ ਨਹੀਂ ਹੋਣਗੇ ਹਨ। ਤੋ ਦੂਸਰੇ ਜਿਹੜੇ ਉੱਲੂ ਬਿਰਤੀ ਵਾਲੇ ਹਨ, ਅੰਧ ਬਿਰਤੀ ਵਾਲੇ ਹਨ, ਉਹਨਾਂ ਨੂੰ ਵੀ ਇਹ ਰਾਸ ਨਾ ਆਵੇ। ਤੋ ਇਸੇ ਪ੍ਰਕਾਰ ਫਿਰ ਤੀਸਰਾ ਇਹਨਾਂ ਨੇ ਸਵਾਲ ਕੀਤਾ ਕਿ ਜਦੋਂ ਸਨਾਤਨ ਵਿੱਚ ਹਿੰਦੂਆਂ ਵਿੱਚ ਇੰਨੇ ਤੀਰਥ ਮੌਜੂਦ ਨੇ, ਫਿਰ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੀਰਥ ਰਾਜ, ਤੀਰਥਾਂ ਦਾ ਰਾਜਾ ਕਿਉਂ ਦੱਸਿਆ? ਇਹਦੇ ਬਾਰੇ ਕੋਈ ਸ਼ਾਸਤਰ ਪ੍ਰਮਾਣ ਆਪ ਜੀ ਦੱਸੋ, ਕੋਈ ਪੁਰਾਣਾ ਪ੍ਰਮਾਣ ਹੋਵੇ, ਕੋਈ ਐਵੇਂ ਨਵੀਂ ਬੜਾਈ ਗੱਲ ਨਾ ਹੋਵੇ, ਉਹ ਦੱਸੋ। ਫਿਰ ਪਿਛਲੇ ਕੁਛ ਦਿਨਾਂ ਤੋਂ ਵਾਹਿਗੁਰੂ ਮੰਤਰ ਦੀ ਮਹਿਮਾ ਤੇ ਵਾਹਿਗੁਰੂ ਮੰਤਰ ਦੇ ਅਰਥ ਤੇ ਸਤੋਤਰ ਆਪਾਂ ਨੇ ਸਰਵਣ ਕੀਤੇ। ਤੇ ਕੱਲ੍ਹ ਦੀ ਕਥਾ ਵਿੱਚ ਭਾਈ ਗੁਰਦਾਸ ਜੀ ਸਾਹਿਬ ਜੀ ਨੇ ਦੱਸਿਆ ਕਿ ਜੋ ਵੇਦ ਬਾਣੀ ਹੈ, ਸੋ ਵੇਦ ਆਦਿ ਗ੍ਰੰਥ ਨੇ, ਉਹਨਾਂ ਨੂੰ ਪੜ੍ਹਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ, ਸਮਝ ਫੇਰ ਵੀ ਨਹੀਂ ਆਉਂਦਾ। ਔਰ ਸ਼ੰਕੇ ਵੀ ਮਨ ਵਿੱਚ ਬਣੇ ਰਹਿੰਦੇ। ਸ਼ੰਕਾ ਸੁਣ ਵੇਦ ਪੁਰਾਣ
ਔਰ ਉਹਨੂੰ ਪੜ੍ਹਨ ਦਾ ਹੋਰ ਕੋਈ ਅਧਿਕਾਰੀ ਵੀ ਨਹੀਂ। ਆਪ ਜੀ ਨੂੰ ਪਤਾ ਹੋਵੇ ਕਿ ਨਾ, ਵੇਦਾਂ ਨੂੰ ਸਿਰਫ ਤੇ ਸਿਰਫ ਬ੍ਰਾਹਮਣ ਹੀ ਪੜ੍ਹ ਸਕਦਾ। ਕਸ਼ੱਤਰੀ ਜਿਹੜਾ, ਜਿਹਨੂੰ ਖੱਤਰੀ ਕਹਿੰਦੇ ਆ ਆਪਾਂ, ਉਹ ਸਿਰਫ ਸੁਣ ਸਕਦਾ, ਪੜ੍ਹ ਨਹੀਂ ਸਕਦਾ। ਤੇ ਬੈਸ ਅਤੇ ਸ਼ੂਦਰ ਨੂੰ ਕੋਈ ਅਧਿਕਾਰ ਨਹੀਂ ਹੈਗਾ। ਮਨੂ ਰਾਜੇ ਨੇ ਸਿਮਰਤੀ ਵਿੱਚ ਲਿਖਿਆ, ਮਨੂ ਸਿਮਰਤੀ ਵਿੱਚ ਵਿਧਾਨ ਵਿੱਚ ਲਿਖਿਆ ਕਿ ਜੇ ਕੋਈ ਸ਼ੂਦਰ, ਸ਼ੂਦਰ ਤੋਂ ਭਾਵ ਭਗਤ ਕਬੀਰ ਜੀ ਸਾਹਿਬ ਜੀ ਵਰਗਾ ਜੁਲਾਹਾ, ਭਗਤ ਨਾਮਦੇਵ ਜੀ ਵਰਗਾ ਸ਼ਿੰਬਾ, ਭਗਤ ਰਵਿਦਾਸ ਜੀ ਵਰਗਾ ਚਮਿਆਰ, ਭਗਤ ਸੈਣ ਜੀ ਵਰਗਾ ਨਾਈ ਇਤਿਆਦਿਕ, ਜੇ ਕੋਈ ਓਮ ਮੰਤਰ ਸੁਣ ਲਵੇ ਤਾਂ ਤੇਲ ਗਰਮ ਕਰਕੇ ਜਾਂ ਸਿੱਕਾ ਚਾਂਦੀ ਦਾ ਢਾਲ ਕੇ ਉਹਦੇ ਕੰਨ ਬੰਦ ਕਰ ਦਿਓ ਤਾਂ ਕਿ ਦੁਬਾਰਾ ਕੁਝ ਸੁਣ ਨਾ ਸਕੇ। ਤੇ ਜੇ ਕੋਈ ਵੇਦ ਮੰਤਰ ਪੜ੍ਹੇ, ਉਹਦੀ ਜ਼ੁਬਾਨ ਵਿੱਚ ਕਿੱਲ ਠੋਕ ਦਿਓ ਤਾਂ ਕਿ ਦੁਬਾਰਾ ਕੁਝ ਹੋਰ ਬੋਲ ਨਾ ਸਕੇ ਜਾਂ ਕਿਸੇ ਹੋਰ ਨੂੰ ਜਾ ਕੇ ਉਪਦੇਸ਼ ਨਾ ਦੇ ਸਕੇ। ਇਸ ਪ੍ਰਕਾਰ ਇੱਕ ਬਚਨ ਚੇਤੇ ਆ ਰਿਹਾ ਗੁਰੂ ਬਾਣੀ ਦਾ। ਗੁਰਬਾਣੀ ਵਿੱਚ ਇੱਕ ਤੁਕ ਆਉਂਦੀ ਹੈ ਗੌੜੀ ਰਾਗ ਦੇ ਵਿੱਚ, ਗੌੜੀ ਗਵਾਰੇਰੀ ਮਹੱਲਾ ਤੀਜਾ। ਉਹਦੇ ਅਰਥ ਜ਼ਰੂਰ ਪੜ੍ਹਨੇ। ਜੈਸੀ ਧਰਤੀ ਉਪਰ ਮੇਘੁਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ। ਜੈਸੇ ਧਰਤੀ ਮੱਧੇ ਪਾਣੀ ਪਰ ਗਾਸਿਆ, ਬਿਨ ਪਗਾਂ ਵਰਸਤ ਫਿਰਾਹੀ। ਇਹਦੇ ਅਰਥ ਬੜੇ ਰਹੱਸਮਈ। ਇਸ ਤਰ੍ਹਾਂ ਹੋਇਆ ਵੀ ਜਦੋਂ ਮਹਾਰਾਜ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਰਨ ਅਰਥਾ, ਲੋਕਾਂ ਦੇ ਉਧਾਰ ਵਾਸਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤੀਰਥਾਂ ਦਾ ਉਦਮ ਕੀਤਾ। ਉਸ ਵੇਲੇ ਤੀਰਥ ਯਾਤਰਾ ਦੌਰਾਨ ਸੰਨਿਆਸੀ ਜੋਗੀ ਖੱਟ ਦਰਸ਼ਨ ਜਿਵੇਂ ਉਹਦਾ ਕਰ ਗਏ ਗੋਸ਼ਟ ਢੋਵਾ, ਬਾਣੀ ਵਿੱਚ ਬਚਨ ਆਉਂਦੇ ਤੁਖਾਰੀ ਰਾਗ ਦੇ ਛੰਤਾਂ 'ਚ ਗੁਰੂ ਰਾਮਦਾਸ ਦੀ ਬਾਣੀ। ਉਹ ਗੋਸ਼ਟ ਕਰਕੇ ਗਏ। ਉਹਨਾਂ ਨੇ ਕਿਹਾ ਸੀ ਮਹਾਰਾਜ ਬਾਣੀ ਕਿਉਂ ਲਿਖੀ ਹੈ ਵੇਦਾਂ ਦੇ ਹੁੰਦਿਆਂ, ਬਾਣੀ ਦੀ ਕੀ ਮਹੱਤਤਾ। ਉਦੋਂ ਮਾਨ ਨੇ ਸ਼ਬਦ ਆਖਿਆ ਸੀ ਇਹ ਕਿ ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ। ਕਿ ਜਿਵੇਂ ਧਰਤੀ ਉੱਪਰ ਮੀਂਹ ਪੈਂਦਾ, ਕਿ ਧਰਤੀ ਵਿੱਚ ਪਾਣੀ ਨਹੀਂ ਹੈਗਾ ਭਲਾ। ਤੋ ਇਹਨਾਂ ਨੇ ਕਿਹਾ ਮਹਾਰਾਜ ਹੈਗਾ ਧਰਤੀ ਦੇ ਵਿੱਚ ਪਾਣੀ। ਫਿਰ ਮਹਾਰਾਜ ਕਹਿੰਦੇ ਮੀਂਹ ਦੀ ਕੀ ਲੋੜ ਪੈ ਗਈ। ਫਿਰ ਇਹਨਾਂ ਨੇ ਬ੍ਰਾਹਮਣਾਂ ਨੇ ਕਿਹਾ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ, ਖੋਲ ਕੇ ਦੱਸੋ, ਤੁਹਾਡਾ ਇਸ਼ਾਰਾ ਸੈਣਤ ਨਹੀਂ ਸਮਝ ਆਈ। ਉਸ ਵੇਲੇ ਮਾਨ ਨੇ ਕਿਹਾ ਵੀ ਭਾਵੇਂ ਧਰਤੀ ਵਿੱਚ ਪਾਣੀ ਮੌਜੂਦ ਹੈ ਪਰ ਫਿਰ ਵੀ ਮੀਂਹ ਦੀ ਲੋੜ ਪੈਂਦੀ ਹੈ। ਇਵੇਂ ਭਾਵੇਂ ਵੇਦ ਬਾਣੀ ਮੌਜੂਦ ਹੈ ਪਰ ਗੁਰਬਾਣੀ ਦੀ ਫਿਰ ਵੀ ਲੋੜ ਹੈ। ਮਹਾਰਾਜ ਨੇ ਵੇਦ ਬਾਣੀ ਨੂੰ ਸਾਧ ਸੰਗਤ ਜੀ ਖੂਹ ਦਾ ਪਾਣੀ ਦੱਸਿਆ। ਖੂਹ ਦਾ ਪਾਣੀ ਗੁਰਬਾਣੀ ਵਿੱਚ ਇੱਕ ਤੁਕ ਆਉਂਦੀ ਬੜੀ ਰਹੱਸਮਈ। ਐਸਾ ਐਸਾ ਗੁਰਬਾਣੀ 'ਚ ਗਿਆਨ ਜੇ ਸਾਧ ਸੰਗਤ ਜੀ ਜੇ ਅਸੀਂ ਪ੍ਰੇਮ ਨਾਲ ਪੜ੍ਹੀਏ ਤੇ ਵਿੱਚ ਹੀ ਮਸਤ ਹੋ ਜਾਈਏ। ਜਿਉਂ ਓਡਾ ਕੂਪ ਗੋਹਜ ਖਿੰਨ ਕੱਢੈ, ਇਹ ਸਾਰੰਗ ਰਾਗ ਦੇ ਵਿੱਚ ਤੁਕ ਆਉਂਦੀ। ਪੂਰੀ ਤੁਕ ਨਹੀਂ ਯਾਦ ਆ ਰਹੀ। ਓਡਾ ਇੱਕ ਖਾਸ ਜਾਤੀ ਦੇ ਲੋਕ ਹੁੰਦੇ ਸਨ। ਇਹ ਕੀ ਕਰਦੇ ਸਨ ਕਿ ਮਿੱਟੀ ਨੂੰ ਸੁੰਘ ਕੇ ਨਾ, ਮਿੱਟੀ ਨੂੰ ਸੁੰਘ ਕੇ ਤੇ ਦੱਸ ਦਿੰਦੇ ਸਨ ਵੀ ਇੱਥੇ ਪਾਣੀ ਕਸੈਲਾ ਹੈ, ਮਿੱਠਾ ਹੈ ਜਾਂ ਕੀ ਹੈ। ਮਿੱਟੀ ਨੂੰ ਸੁੰਘ ਕੇ ਦੱਸ ਦਿਆ ਕਰਦੇ ਸਨ ਇਹ ਲੋਕ। ਇਹਨਾਂ ਨੂੰ ਓਡੇ ਕਹਿੰਦੇ ਸਨ। ਊੜੇ ਨੂੰ ਹੋੜਾ ਤੇ ਢੱਡੇ ਨੂੰ ਕੰਨਾ, ਓਡਾ। ਇਹ ਜਿਹੜਾ ਖੂਹ ਦਾ ਪਾਣੀ ਹੈ ਨਾ, ਇਹ ਹਰੇਕ ਜਗ੍ਹਾ ਤੇ ਮਿੱਠਾ ਨਹੀਂ ਹੁੰਦਾ ਗਾ। ਪਹਿਲਾਂ ਲੋਕਾਂ ਨੇ ਖੂਹ ਪੁੱਟਣੇ, ਉਹ ਕਸੈਲਾ ਪਾਣੀ ਨਿਕਲ ਆਉਣਾ ਜਾਂ ਨਿਕਲਣਾ ਹੀ ਨਾ, ਫਿਰ ਉਹਨੂੰ ਦੱਬ ਦੇਣਾ। ਇਸ ਤਰ੍ਹਾਂ ਹੁੰਦਾ ਸੀ ਪਹਿਲਾਂ। ਪੁਰਾਣੇ ਕਈ ਦੱਬੇ ਖੂਹ ਬਾਅਦ ਵਿੱਚ ਪੁੱਟੇ ਜਾਂਦੇ ਸੀਗੇ। ਤੋ ਖੂਹ ਦਾ ਪਾਣੀ ਹਰ ਜਗ੍ਹਾ ਤੇ ਮਿੱਠਾ ਨਹੀਂ ਹੁੰਦਾ ਮੇਰੇ ਕਹਿਣ ਤੋਂ ਭਾਵ। ਦੂਸਰਾ, ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਖੂਹ ਦੇ ਪਾਣੀ ਨਾਲ ਕੋਈ ਕਿੱਲਿਆਂ ਕੋਈ ਏਕੜਾਂ ਦੇ ਹਿਸਾਬ ਦੇ ਨਾਲ ਖੇਤੀ ਨਹੀਂ ਬੋਈ ਜਾਂਦੀ। ਉਹ ਤੇ ਮਾੜੀਆਂ ਮੋਟੇ ਖੱਤੇ ਖੁੱਤੇ ਬੋਏ ਜਾਂਦੇ ਨੇ। ਖੂਹ ਦੇ ਪਾਣੀ ਨਾਲ ਬਹੁਤੀ ਗੱਲ ਨਹੀਂ ਬਣਦੀ। ਮਸਾਂ ਆਪਣੇ ਬੰਦਾ ਟੱਬਰ ਟੋਰ ਜੋਗਾ ਹੀ ਪਾਣੀ ਉਤਪੰਨ ਕਰੇਗਾ, ਮਸਾਂ ਹੀ ਆਪਣੇ ਟੱਬਰ ਟੋਰ ਜੋਗਾ ਹੀ, ਉਸ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ। ਤੀਸਰੀ ਤੇ ਵੱਡੀ ਗੱਲ, ਖੂਹ ਦੇ ਉੱਪਰ ਕਬਜ਼ਾ ਹੁੰਦਾ। ਖੂਹ ਲੋਕਾਂ ਦੇ ਮਾਲਕੀ ਨੇ। ਬੰਦੇ ਦੀ ਮਰਜ਼ੀ ਹੈ, ਮੈਂ ਪਟਵਾਇਆ ਖੂਹ, ਮੇਰੀ ਮਰਜ਼ੀ, ਮੈਂ ਪਾਣੀ ਭਰਨ ਦੇਵਾਂ ਨਾ ਦੇਵਾਂ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਵੇਂ ਖੂਹ ਦਾ ਪਾਣੀ, ਹੇਠਲਾ ਪਾਣੀ ਸਾਰਾ ਮਿੱਠਾ ਨਹੀਂ, ਇਵੇਂ ਵੇਦਾਂ ਦਾ ਸਾਰਾ ਉਪਦੇਸ਼ ਸਾਰਾ ਮਿੱਠਾ ਨਹੀਂ ਹੈ। ਬੜੇ ਬੜੇ ਕੌੜੇ ਉਪਦੇਸ਼ ਵੀ ਹੈਗੇ ਨੇ ਵੇਦਾਂ ਵਿੱਚ। ਔਰ ਇਸੇ ਪ੍ਰਕਾਰ ਜਿਵੇਂ ਖੂਹ ਪੁੱਟਣਾ ਕੋਈ ਸੌਖਾ ਨਹੀਂ ਹੈ, ਇਵੇਂ ਵੇਦਾਂ ਨੂੰ ਪੜ੍ਹਨਾ ਵੀ ਕੋਈ ਸੌਖਾ ਨਹੀਂ ਹੈਗਾ। ਸਾਰੀ ਸਾਰੀ ਜ਼ਿੰਦਗੀ ਲੋਕਾਂ ਦੀ ਲੰਘ ਜਾਂਦੀ, ਫਿਰ ਵੀ ਗੱਲ ਖਾਨੇ 'ਚ ਨਹੀਂ ਪੈਂਦੀ। ਸਮਝਾਉਣੀ ਤਾਂ ਫਿਰ ਆਮ ਭਾਸ਼ਾ 'ਚ ਹੀ ਗੱਲ ਹੈ ਨਾ, ਸਧਾਰਨ ਭਾਸ਼ਾ ਵਿੱਚ, ਲੋਕ ਭਾਸ਼ਾ ਵਿੱਚ।
तीसरा, जिवें खूह के उपर कब्जा इवें वेदां के उपर भी कब्जा, ब्राह्मणां का कब्जा है। सिर्फ ब्राह्मण पढ़ सकते हैं, कछत्री नहीं। शूदर ते बैस जड़े ने ना पढ़ सकते ने ना सुन सकते। हुण जने खने पढ़न लग गए ने। ये भी महाराज की बाणी की कृपा ही है सारी। जिन्ना मनोविग्यानक तौर पर इस संसार की बिरती नूं गुरु नानक दे घर ने चेंज लिया, जे किसी ने चेंज नहीं जे लिया। तुसीं हिंदुस्तान दीयां सैकड़े पुरानियां पुस्तकां पढ़ के देख लो, पुराने मंदिर देख लो, पुराने विधान पढ़ के देख लो, तो हुण दा सिस्टम पढ़ के देख लो। ये सारी ते सारी गुरु नानक की गुप्त कृपा जे। सिर्फ गुरु नानक साहब जी की कृपा जे। गुरु नानक के घर नूं वेख के लोगों ने अपने अनुशासन जड़े ने, विधान संविधान जड़े ने चेंज किए ने, वरना इन्हां दीयां पुस्तकां 'च इदां नहीं लिखिया होया जिद्दां ये हो रहा है अजकल। तो जेड़े अज भी कट्टड़ लोग ने सनातनी, वो नहीं इजाजत देंदे कि भी हर कोई आवे धार्मिक दिवाले शिवाले च हर कोई जावे। वो नहीं इजाजत देंदे अजकल। किते वो रब ना करे, खुदा ना खास्ता, किते वो लोग काबज हो गए तो दुनिया देखने वाली होगी, ये देश देखने वाला होगा भी इत्थे की बनता फिर। तो इसे प्रकार ये गुरु नानक की गुप्त कला है भाई। तो महाराज कहते जिवें धरती हेठला पानी है बावजूद उहदे मींह की लोड़ है, इवें वेदां दे बावजूद गुरबाणी की लोड़ है। ये भाई गुरदास जी साहब जी ने उन्हां वचनां की व्याख्या करके ऐन निरुत्तर कर दिते। फिर तीसरा इन्होंने कहा कि अमृतसर साहब सरोवर महाराज ने क्यों रचिया, इहदा कोई प्रमाण दसो। उस वेले भाई गुरदास जी साहब जी ने जानवी लिखी, जिहदी कथा कल दे दीवाना दे अखीरले बचन सन। जदों देवते ते दैंतां ने मिल के खीर समुंदर रिड़किया, उस वेले जानवी रिखी ने कहा सी महाराज ये जिहड़ा कुंभ है, घड़ा, कुंभ घड़े नूं कहिंदे ने, ये जिहड़ा घड़ा अमृत वाला ये मैनू दे दिओ, इहदे नाल मैं अमर हो के ते किसी तपो बनवे जाके ते तपसा करना चाहुंदा। उस वेले फिर परमेश्वर ने कहा भी तैनूं अमृत पीण की लोड़ नहीं है, तू थोड़े समय ती जुगां की तपसा का फल मिलेगा, तू तपोभूमि चले जा। क्या केड़ी तपोभूमि? क्या सुधासर चला जा। अमृतसर साहब जी का सब तो पुरातन सनातन नाम सुधासर है। सुधा कहिए अमृत ते सर कहिए सर, सुधासर, उत्थे चला जा। उत्थे साध संगत जी फिर परमेश्वर ने ये जानवी लिखी जिहड़ा सतयुग विच होया अज तो लखां साल पहला, इनू उत्थे तपसाली प्रेरिया ते दसिया कि इत्थे साल विच 2 वारी। सो अजकल की भाषा आपां समझना होवे विसाखी ते दिवाली ते जिहड़े 68 तीर्थ ने वो सदा ही इत्थे रहिंदे ने ते साल विच आण के विशेष रूप दे विच वो शरीर धारण करके इत्थे इशनान करके अपने पापां नूं उतारदे ने। जिहड़े तीर्थ भी हैं अमृतसर साहब जी के स्थान के उपर अपने पापां नूं भी उतारदे ने भी तू इत्थे बह के ते नाम जपिया कर, भजन करया कर। होर तां होर इत्थे देवते भी आउण नूं तरसदे ने, पर साल विच 2 वारी अंदर आउण दी आग्या उन्हां गुरु घर दे विच सिर्फ ते सिर्फ साल च 2 वारी देवते अंदर आउण दी आग्या। कोई बनाईयां होईयां गल्लां नहीं। मस्कीन साहब जी अजे कल दीयां गल्लां आप वो दस्सिया करदे अपनी कथा दे विच कि सारा कुछ गुप्त वरतारा वरतदा। वो जोड़े घर तो अगे नहीं आ सकते। चरण गंगा तो लोकां दी गंगा इधर उधर वहिंदी, साडी गंगा वो जिथे गुरसिखां दे चरण धुपदे ने। क्या इत्थे देवते भी आउण नूं तरसदे ने। ये इन्ना पवित्र स्थान है। तो जिहड़ा इत्थे इशनान करदा अमृत रूप ही हो जांदा। उत्थे जाके तू तपसा कर, थोड़ा समा भी नाम जपेगा तो तैनूं बहुता फल मिलेगा। एक वचन कह के लड़ीवार कथा साध संगत जी जिहड़े श्री गुरु पंथ दे सो 4 तखत ने, हुण असीं 5 तखत कहने आ। जिहड़े 4 तखत ने साध संगत जी पंथ दे ये सिद्ध भूमियां श्री अंबरसर साहब और इसे प्रकार तखत श्री हरमंदर जी पटना साहब, श्री आनंदपुर साहब, तखत सचखंड श्री हजूर साहब। सो चलदा वहीर श्री गुरु पंथ जां तखत श्री दमदमा साहब। साध संगत जी ये सिद्ध भूमियां। इत्थे कोई एक पाठ जपजी साहब जी का करे, एक पाठ भावें कोई वाहिगुरु मंत्र मूल मंत्र का ही जाप करे, उन्होंने 100 पाठ का फल महत्व इत्थे साध संगत जी पर्याप्त हुंदा। जिवें इत्थे भी लोग मेहनत करते हैं,
ਵਿਦੇਸ਼ਾਂ ਵਿੱਚ ਵੀ ਲੋਕ ਮਿਹਨਤ ਕਰਦੇ ਨੇ। ਤੋ ਇੱਥੇ ਦੀ ਮਿਹਨਤ ਰੁਪਈਆ ਫਲੀਭੂਤ ਹੁੰਦੀ ਹੈ। ਇੰਗਲੈਂਡ ਦਾ ਪਾਉਂਡ ਮੈਨੂੰ ਲੱਗਦਾ ਅੱਜ ਕੱਲ੍ਹ 102-3 ਰੁਪਈਏ ਚੱਲ ਰਿਹਾ ਅੱਜ ਕੱਲ੍ਹ, ਜਿੱਥੋਂ ਤੱਕ ਮੇਰਾ ਅਨੁਮਾਨ ਹੈ। ਤੋ ਇਸੇ ਪ੍ਰਕਾਰ ਜਿਵੇਂ ਇੱਧਰ ਦਾ ਉਧਰ ਦਾ 1 ਰੁਪਈਆ 1 ਪਾਉਂਡ ਕਹਿ ਲਓ, ਇੱਧਰ 100 ਰੁਪਈਆ ਬਣ ਜਾਂਦਾ ਮੁੱਲ ਹੈ ਨਾ। ਇਸੇ ਪ੍ਰਕਾਰ ਇਹ ਜਿਹੜੀਆਂ ਸਿੱਧ ਭੂਮੀਆਂ ਨੇ, ਇੱਥੇ ਇੱਕ ਪਾਠ ਵੀ ਕੋਈ ਜਪਜੀ ਸਾਹਿਬ ਜੀ ਦਾ ਕਰੇ ਤੇ ਉਹਨੂੰ 100 ਪਾਠ ਦਾ ਫਲ ਮਹਾਤਮ ਮਿਲਦਾ। ਤੇ ਇਹਦੇ ਮੁਕਾਬਲੇ ਦੂਜੀ ਗੱਲ ਵੀ ਬੜੀ ਵੱਡੀ ਸੱਚਾਈ ਆ, ਜੇ ਕੋਈ ਇੱਕ ਗੁਨਾਹ ਕਰਦਾ ਨਾ ਇਹਨਾਂ ਸਥਾਨਾਂ ਤੇ, ਉਹਨੂੰ 100 ਗੁਨਾਹ ਦਾ ਪਾਪ ਮਿਲਦਾ ਜੇ। ਫਿਰ ਉਹਨੂੰ ਉਹ ਬਖਸ਼ਿਆ ਨਹੀਂ ਜਾਂਦਾ ਹੈ ਜਿਹੜਾ ਸਾਧ ਸੰਗਤ ਜੀ ਇੱਥੇ ਚਾਹ ਕੇ ਤੇ ਜਾਣ ਬੁੱਝ ਕੇ ਭੁੱਲ ਕਰਦਾ ਹੈ, ਗਲਤੀ ਕਰਦਾ ਹੈ, ਭੁੱਲ ਸ਼ਬਦ ਕਹਿਣਾ ਠੀਕ ਨਹੀਂ, ਕੋਈ ਗੁਨਾਹ ਕਰਦਾ ਉਹ ਵੀ ਨਹੀਂ ਬਖਸ਼ਿਆ ਜਾਂਦਾ ਹੈ। ਇਹ ਮਹਾਰਾਜ ਦੇ ਘਰ ਦੇ ਸਾਧ ਸੰਗਤ ਜੀ ਬਹੁਤ ਵੱਡੇ ਵਡੱਪਣ ਨੇ, ਭੈ ਅਦਬ ਵਿੱਚ ਰਹਿਣਾ ਚਾਹੀਦਾ। ਤੋ ਇਸੇ ਪ੍ਰਕਾਰ ਮਾਨ ਨੇ ਦੱਸਿਆ ਵੀ ਇਹ ਸਿੱਧ ਭੂਮੀ ਹੈ ਅੰਮ੍ਰਿਤਸਰ ਸਾਹਿਬ, ਉੱਥੇ ਜਾ ਕੇ ਦਰਸ਼ਨ ਦੀਦਾਰ ਕਰੋ ਤੇ ਜਾ ਕੇ ਜਪ ਕਰੋ। ਇਹਨੂੰ ਪ੍ਰਮਾਣ ਦੱਸਿਆ। ਜਦੋਂ ਪ੍ਰਮਾਣ ਦੱਸਿਆ ਬ੍ਰਾਹਮਣਾਂ ਨੂੰ, ਉਸ ਵੇਲੇ ਸਾਧ ਸੰਗਤ ਜੀ ਇਹ ਬ੍ਰਾਹਮਣ ਜਿਹੜੇ ਸਨ ਸੋ ਭਾਈ ਗੁਰਦਾਸ ਜੀ ਸਾਹਿਬ ਜੀ ਦੇ ਚਰਨਾਂ ਤੇ ਇਹ ਢਹਿ ਪਏ ਹਨ। ਇਹਨਾਂ ਨੇ ਨਮਸਕਾਰ ਕੀਤੀ ਹੈ ਭਾਈ ਗੁਰਦਾਸ ਜੀ ਸਾਹਿਬ ਜੀ ਨੂੰ ਕਿ ਧੰਨ ਹੋ ਆਪ ਜੀ, ਧੰਨ ਹੋ ਆਪ ਜੀ, ਧੰਨ ਹੋ ਆਪ ਜੀ। ਕੁਝ ਉਪਦੇਸ਼ ਅੱਗੇ ਵੀ ਰਹਿੰਦਾ ਹੈ, ਜਿਵੇਂ ਭਾਈ ਗੁਰਦਾਸ ਜੀ ਸਾਹਿਬ ਸੋ ਕਾਂਸ਼ੀ ਨਰੇਸ਼ ਦੀ ਹਜ਼ੂਰੀ ਵਿੱਚ, ਸੋ ਕਾਂਸ਼ੀ ਦੇ ਵਿੱਚ ਸ਼ਿਵਪੁਰੀ ਦੇ ਵਿੱਚ ਇਹਨਾਂ ਬ੍ਰਾਹਮਣਾਂ ਦੇ ਤਾਈਂ ਪ੍ਰਥਾਏ ਹੋ ਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ। ਲੜੀਵਾਰ ਗੁਰ ਇਤਿਹਾਸ ਦੀ ਕਥਾ ਆ ਰਹੀ। ਆਓ जितने भी माई भाई बिरध बालक गरीब नवाज महाराज जी की पवित्र गोद में सुभायमान होकर महाराज जी के चरणों का लाहा लै रहे हो। भाई सतगुरां की अमृतमई इतिहास की लड़ीवार विचार कथा के नाल जुड़ो, एकाग्रता बनाओ। श्री गुरु कलगीधर पातशाह महाराज जी के चरणों का ध्यान धरते हुए रसना पवित्र करो। प्यार दे नाल गज के आखो जी सतनाम श्री वाहिगुरु जी। प्यार नाल फिर आखो जी सतनाम श्री वाहिगुरु जी। चौपाई ਅੰਮ੍ਰਿਤ ਕਲਾ ਮੰਤਰ ਇਹ ਕਹੀਐ। ਸੋ ਭਾਈ ਗੁਰਦਾਸ ਜੀ ਸਾਹਿਬ ਦਰਸਾਉਂਦੇ ਹਨ, ਕਹਿੰਦੇ ਉਸ ਵੇਲੇ ਪਰਮਾਤਮਾ ਨੇ ਪ੍ਰਗਟ ਹੋ ਕੇ, ਵਾਹਿਗੁਰੂ ਜੀ ਨੇ ਪ੍ਰਗਟ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਆਪਣੇ ਮੁਖ ਤੋਂ ਆਪ ਦਰਸਾਈ। ਬਾਣੀ ਚ ਆਉਂਦਾ ਨਾ, ਬੱਧੋ ਪੁਰਖ ਵਿਧਾਤ ਹੈ ਤਾਂ ਤੂੰ ਸੋਹਿਆ। ਇਹ ਵਿਧਾਤੇ ਪੁਰਖ ਨੇ ਬੰਨਿਆ ਹੈ, ਇਹਦਾ ਬੰਧਨ ਨੂੰ ਵਿਧਾਤੇ ਪੁਰਖ ਪਰਮੇਸ਼ਰ ਨੇ ਬੱਧਿਆ ਹੋਇਆ। ਜਦੋਂ ਅੰਮ੍ਰਿਤਸਰ ਸਾਹਿਬ ਜੀ ਦੀ ਉਸਾਰੀ ਹੋਈ, ਪਰਮੇਸ਼ਰ ਨਿਰਗੁਣ ਬ੍ਰਹਮ ਬੇਡੀ ਦਾ ਤਰਖਾਣ ਦਾ ਰੂਪ ਧਾਰਨ ਕਰਕੇ, ਮਿਸਤਰੀ ਦਾ ਰੂਪ ਧਾਰਨ ਕਰਕੇ ਆਪ ਸੇਵਾ ਕੀਤੀ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਆਪ ਪਰਮੇਸ਼ਰ ਨੇ ਸਾਧ ਸੰਗਤ ਦੀ ਹੱਥੀਂ ਸੇਵਾ ਕੀਤੀ। ਤੋ ਉਸ ਵੇਲੇ ਵਾਹਿਗੁਰੂ ਆਪ ਕਹਿੰਦੇ ਨੇ ਭਾਈ ਅੰਮ੍ਰਿਤ ਕਾਲ ਮੰਤਰ ਇਹ ਕਹੀਏ। ਜਦੋਂ ਅੰਮ੍ਰਿਤ ਇਸ ਸਰੋਵਰ ਵਿੱਚ ਇਸ਼ਨਾਨ ਕਰਨਾ, ਉਦੋਂ ਇਹ ਮੰਤਰ ਦਾ ਜਾਪ ਕਰਨਾ। ਕਿਹੜਾ ਮੰਤਰ? ਸਾਧ ਸੰਗਤ ਜੀ ਪੁਰਾਣੇ ਬਜ਼ੁਰਗ ਮੈਂ ਨੇਤਰਾਂ ਨਾਲ ਤੱਕੇ, ਭਾਵੇਂ ਅਨਪੜ੍ਹ ਸਨ, ਪਰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰੈ ਕੀਨੇ ਦਾਨਾ। ਸਭ ਕੁਸਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਧੋ ਕੇ ਉਬਾਰੇ। ਗੁਰ ਕਾ ਸ਼ਬਦ ਵਿਚਾਰੇ ਰਹਾਓ, ਸਾਧ ਸੰਗ ਮਲ ਲਾਥੀ। ਪਾਰ ਬ੍ਰਹਮ ਭਇਓ ਸਾਥੀ, ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਆਇਆ। 8 ਤੇ 2 10 10 ਤੁਕਾਂ ਨੇ ਸਾਰੀਆਂ, 10 ਪੰਕਤੀਆਂ। ਇਹ ਸ਼ਬਦ ਪਹਿਲਾਂ ਸਾਰੇ ਬਜ਼ੁਰਗਾਂ ਨੂੰ ਯਾਦ ਹੁੰਦਾ ਸੀ, ਤੇ ਬਜ਼ੁਰਗਾਂ ਨੇ ਘਰ ਵਿੱਚ ਵੀ ਇਸ਼ਨਾਨ ਕਰਨਾ, ਜਲ 'ਚ ਚੁੱਭਾ ਲਾਉਣਾ, ਇਹ ਸ਼ਬਦ ਦਾ ਜਾਪ ਕਰਨਾ। ਇਹ ਸ਼ਬਦ ਦਾ ਜਾਪ ਕਰਨ ਦੇ ਨਾਲ ਸਾਧ ਸੰਗਤ ਦੀ ਵਿਸ਼ੇਸ਼ ਮਹੱਤਵ ਮਿਲਦਾ। ਫਿਰ ਕਈ ਗੁਰਸਿੱਖਾਂ ਨੇ ਨਿਯਮ ਬਣਾਇਆ ਹੋਇਆ, ਹਰਿਮੰਦਰ ਸਾਹਿਬ ਸਰੋਵਰ ਦੇ ਵਿੱਚ ਘੰਟਾ ਘੰਟਾ ਬਹਿ ਕੇ ਨਾਮ ਜਪਦੇ ਰਹਿਣਾ, ਜਪਜੀ ਸਾਹਿਬ ਜੀ ਦੇ ਪਾਠ ਕਰਨੇ, ਇਕਾਂਤ ਵਿੱਚ ਬਸ ਆਪਣੇ ਆਨੰਦ ਵਿੱਚ। ਸਾਰੀ ਰਾਤ ਵੀ ਦਰਬਾਰ ਸਾਹਿਬ ਚਲੇ ਜਾਓ, ਐਸੇ ਹੈਗੇ ਨੇ ਕਈ ਗੁਰਮੁਖ, ਸਾਰੀ ਰਾਤ ਹੀ ਸਰੋਵਰ ਵਿੱਚ ਬਹਿ ਕੇ ਨਾਮ ਜਪਦੇ ਰਹਿਣਾ, ਜਪ ਕਰਦੇ ਰਹਿਣਾ, ਸਿਮਰਨ ਕਰਦੇ ਰਹਿਣਾ। ਤੋ ਇਸੇ ਪ੍ਰਕਾਰ ਸਾਧ ਸੰਗਤ ਜੀ ਮਹਿਮਾ ਨਾਮ ਦੀ ਹੈ। ਤੋ ਮਹਾਰਾਜ ਕਹਿੰਦੇ ਨੇ ਇਹ ਅੰਮ੍ਰਿਤ ਸਰੋਵਰ ਦੇ ਕਾਲ ਸਮੇਂ ਜੇ ਇਸ ਸ਼ਬਦ ਨੂੰ ਪੜਾਂਗੇ, ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਨੂੰ, ਮਹਾ ਗੋਪ ਵਡ ਭਾਗਨ ਲਹੀਐ। ਕਹਿੰਦੇ ਇਹ ਸਰੋਵਰ ਗੁਪਤ ਸੀ, ਵੱਡਿਆਂ ਭਾਗਾਂ ਵਾਲਿਆਂ ਨੇ ਗੁਰ ਪੂਰਾ ਕੀਨੇ ਦਾਨਾ।
ਇਹ ਤਾਂ ਪੂਰੇ ਗੁਰੂ ਨੇ ਬੜਾ ਵੱਡਾ ਦਾਨ ਕੀਤਾ ਅੰਮ੍ਰਿਤ ਸਰੋਵਰ। ਇਹ ਸੁਨ ਮੱਜਨ ਕਰਨੇ ਲਾਗੇ। ਇਸ ਤਰ੍ਹਾਂ ਪਰਮੇਸ਼ਰ ਦਾ ਉਪਦੇਸ਼ ਸੁਣ ਕੇ ਸਮੁੱਚੇ ਦੇਵਤੇ ਵੀ ਉਸ ਸਰੋਵਰ ਵਿੱਚ ਮਹਾਰਾਜ ਦੀ ਆਗਿਆ ਪਾ ਕੇ ਇਸ਼ਨਾਨ ਕਰਨ ਲੱਗੇ ਹਨ। ਸਰਬ ਦੇਵ ਤੀਰਥ ਜਸ ਪਾਗੇ। ਇਹ ਸਾਰੇ ਦੇਵਤੇ ਜਿਹੜੇ ਹਨ ਤੀਰਥ ਦੇ ਜਸ ਵਿੱਚ ਐਨ ਪਾਗੇ ਰੰਗੇ ਗਏ ਹਨ। ਕਮਲਾ ਦਿਕ ਬਿਦ ਸਿਵ ਸੰਗ ਬਾਮਾ। ਹਾਂ, ਕਹਿੰਦੇ ਇਸੇ ਪ੍ਰਕਾਰ ਬ੍ਰਹਮਾ ਔਰ ਸ਼ਿਵ ਜੀ ਆਪਣੀਆਂ ਘਰ ਵਾਲੀਆਂ ਦੇ ਸਮੇਤ ਤੇ ਵਿਸ਼ਨੂੰ ਤੇ ਪਾਰਬਤੀ ਤੇ ਲక్ష్ਮੀ, ਇਹ ਸਮੁੱਚੇ ਦੇਵੀ ਦੇਵਤਿਆਂ ਨੇ ਆਪ ਉੱਥੇ ਇਸ਼ਨਾਨ ਕੀਤਾ। ਸਭ ਅੰਮ੍ਰਿਤਮੈ ਭਏ ਸੁਧਾਮਾ। ਕਹਿੰਦੇ ਇਹ ਅੰਮ੍ਰਿਤ ਸਰੂਪ ਹੀ ਹੋ ਗਏ। ਇਹਨਾਂ ਦੇ ਜੀਵਨ ਦੀਆਂ ਜ਼ਹਿਰਾਂ ਨਿਕਲ ਗਈਆਂ। ਇਹਨਾਂ ਦੇ ਅੰਦਰ ਵੀ ਜ਼ਹਿਰ ਹੀ ਹਨ। ਕੋਈ ਕਾਮ ਨਾਲ ਭਰਿਆ ਹੋਇਆ ਛਿਵ ਤੇ ਕੋਈ ਕ੍ਰੋਧ ਦੇ ਨਾਲ ਭਰਿਆ ਹੋਇਆ, ਔਰ ਇਸੇ ਪ੍ਰਕਾਰ ਕੋਈ ਮਾਇਆ ਮੋਹੇ ਦੇਵੀ ਸਭ ਦੇਵਾ, ਕੋਈ ਮੋਹ ਦੇ ਨਾਲ ਭਰਿਆ ਹੋਇਆ। ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ, ਉਹ ਅਬਿਨਾਸੀ ਅਲਖ ਭੇਵਾ, ਜਿਵੇਂ ਮਹਾਰਾਜ ਨੇ ਗੌੜੀ ਰਾਗ ਦੇ ਵਿੱਚ ਬਚਨ ਕਹੇ। ਇਹ ਵੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅੰਮ੍ਰਿਤ ਰੂਪ ਹੋ ਗਏ। ਨਿਰਖ ਮਾਧਵੀ ਬਿਸਮੈ ਭਇਓ। ਕਹਿੰਦੇ ਜਿਸ ਵੇਲੇ ਸਮੁੱਚੇ ਦੇਵਤਿਆਂ ਨੇ ਆਣ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਇਹ ਨਜ਼ਾਰਾ ਨੇਤਰਾਂ ਦੇ ਨਾਲ ਤੱਕਿਆ, ਮਾਧਵੀ ਰਿਸ਼ੀ ਨੇ ਹੈਰਾਨ ਹੋ ਗਿਆ। ਕਹਿਓ ਪੂਰ ਅਮਰਾ ਕਿਤ ਗਇਓ। ਉਸ ਵੇਲੇ ਕਹਿਣ ਲੱਗਾ ਵੀ ਇਹ ਦੇਵਤੇ ਜਿਹੜੇ ਸਨ ਕਿੱਥੇ ਗਏ, ਗੁਪਤ ਹੋ ਗਏ, ਹੁਣ ਇਹ ਸਾਹਮਣੇ ਸਨ। ਸ੍ਰੀ ਪ੍ਰਭ ਬਹੁਰ ਸਮੋਦਨ ਕੀਨਾ। ਉਸ ਵੇਲੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਭਾਈ ਗੁਰਦਾਸ ਜੀ ਸਾਹਿਬ ਕਹਿੰਦੇ ਪ੍ਰਮਾਤਮਾ ਨੇ ਉਸ ਵੇਲੇ ਫਿਰ ਇਸ ਮਾਧਵੀ ਰਖੀ ਦੇ ਤਾਈਂ ਸਮਝਾਇਆ, ਸੋਝੀ ਦਿੱਤੀ ਹੈ। ਜੇ ਤੀਰਥ ਮੈ ਭਏ ਪ੍ਰਬੀਨਾ। ਕਹਿੰਦੇ ਇਹ ਜਿਹੜੇ ਦੇਵਤੇ ਹਨ ਇਹ ਤੀਰਥ ਦਾ ਹੀ ਰੂਪ ਹਨ। ਇਸ ਤੀਰਥ ਦੇ ਵਾਸਤੇ ਤਰਸਦੇ ਹਨ, ਉਤਾਵਲੇ ਹਨ। ਤਬ ਫਿਰ ਮਨ ਪੁੱਟ ਅੰਜੁਲ ਜੋਰੇ। ਕਹਿੰਦੇ ਉਸ ਵੇਲੇ ਇਹ ਜਿਹੜਾ ਮਾਧਵੀ ਰਖੀ ਸੀ ਇਹ ਹੱਥ ਜੋੜ ਕੇ ਪਰਮ ਪਿਤਾ ਪਰਮੇਸ਼ਵਰ ਸਰਬ ਵਿਆਪੀ ਵਾਹਿਗੁਰੂ ਦੇ ਸਨਮੁਖ ਖਲੋ ਗਿਆ ਹੈ। ਕਹੋ ਭਵਿਖਤ ਕਥਾ ਬਹੋਰੇ। ਤੇ ਪੁੱਛਿਆ ਕਿ ਮਹਾਰਾਜ ਆਉਣ ਵਾਲੇ ਸਮੇਂ ਦੀ, ਭਵਿੱਖ ਦੇ ਸਮੇਂ ਦੀ ਜਿਹੜੀ ਕਥਾ ਹੈ ਉਹ ਆਪ ਜੀ ਕਿਰਪਾ ਕਰਕੇ ਦੱਸੋ। ਜਿਮ ਕਰ ਹੋ ਜੁਗ ਆਗਲ ਮਾਹੀ। ਔਰ ਕਿਹਾ ਕਿ ਜਿਵੇਂ ਆਉਣ ਵਾਲੇ ਸਮੇਂ ਵਿੱਚ ਜੋ ਤੁਸੀਂ ਵਰਤਾਰਾ ਵਰਤਾਓਗੇ ਉਹ ਭਵਿੱਖਤ ਵਾਕ ਜਿਹੜੇ ਹਨ ਮੇਰੇ ਤਾਈਂ ਦੱਸੋ। ਸੋ ਬਰਨਹੁ ਪ੍ਰਭ ਸਭ ਮੋਹ ਪਾਹੀ। ਉਸ ਵੇਲੇ ਮੇਰੇ ਤਾਈਂ ਆਪ ਕਿਰਪਾ ਕਰਕੇ ਦੱਸੋ। ਤਾਂ ਪਰਮਾਤਮਾ ਆਕਾਸ਼ਬਾਣੀ ਦੇ ਰਾਹੀਂ ਇਹਨੂੰ ਉਪਦੇਸ਼ ਦੇਣ ਲੱਗੇ ਹਨ। ਸਭ ਤ੍ਰਿਲੋਕ ਪਤ ਬਚਨ ਬਖਾਨੇ। ਉਸ ਵੇਲੇ ਤਰਲੋਕੀ ਪਤ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਨੇ ਭਵਿੱਖਤ ਵਾਕ ਕਹੇ ਹਨ, ਦੱਸੇ ਹਨ। ਦੀਨੇ ਇਸਲਾਮ ਦਾ ਸਭ ਤੋਂ ਉੱਚਾ ਤੇ ਸੁੱਚਾ ਸ਼ਬਦ ਹੈ ਪੈਗੰਬਰ। ਹਜ਼ਰਤ ਮੁਹੰਮਦ ਸਾਹਿਬ ਅਖੀਰਲੇ ਪੈਗੰਬਰ ਹਨ। ਵੈਸੇ 1.25 ਲੱਖ ਪੈਗੰਬਰ ਤਾਂ ਕਿ ਬਾਣੀ ਵਿੱਚ ਬਚਨ ਆਉਂਦਾ। ਮੁਸਲਮਾਨਾਂ ਵਿੱਚ 1.25 ਲੱਖ ਪੈਗੰਬਰ ਨੇ ਤੇ ਅਖੀਰਲਾ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ ਉਹ ਮੰਨਦੇ। ਪੈਗੰਬਰ ਦੇ ਜਿਹੜੇ ਅਰਥ ਨੇ, ਮਾਇਨੇ ਨੇ, ਉਹ ਬੜੇ ਬੇਨਜ਼ੀਰ ਹਨ, ਬੇਮਿਸਾਲ ਨੇ, ਲਾਸਾਨੀ ਨੇ, ਅਦੁੱਤੀ, ਬੜੇ ਪਿਆਰੇ। ਪੈਗਾਮ ਜਮਾ ਅੰਬਰ, ਜੋ ਅੰਬਰ ਵਿੱਚੋਂ ਮਤਲਬ ਅਸਮਾਨ ਵਿੱਚੋਂ ਪੈਗਾਮ ਲੈ ਕੇ ਆਉਂਦਾ ਉਹਨੂੰ ਉਹ ਪੈਗੰਬਰ ਕਹਿੰਦੇ ਹਨ। 10ਵੇਂ ਪਾਤਸ਼ਾਹ ਮਹਾਰਾਜ ਨੇ ਦਸਮ ਮਹਾਰਾਜ ਜੀ ਦੀ ਬਾਣੀ ਵਿੱਚ ਬਿਓਮ ਬਾਣੀ ਵਾਚ ਅਨੇਕਾਂ ਵਾਰੀ ਲਿਖੀ, ਜਿਹਨੂੰ ਆਪਾਂ ਬਿਓਮ ਬਾਣੀ ਮਤਲਬ ਆਕਾਸ਼ਬਾਣੀ ਅਸੀਂ ਕਹਿੰਦੇ ਹਾਂ। ਆ ਜਿਹੜੀ ਬਾਈਬਲ ਹੈ ਦਾਸ ਨੇ 2007 ਵਿੱਚ ਪੜ੍ਹੀ ਸੀ। 14 ਕੁ ਸਾਲਾਂ ਦੇ ਸੀਗੇ ਅਸੀਂ। ਕੁਛ ਹਿੱਸੇ ਉਹਦੇ ਮੈਨੂੰ ਯਾਦ ਨੇ। ਉਹਦੇ ਵਿੱਚ ਵੀ ਬੜੇ ਸਾਰੇ ਭਵਿੱਖਤ ਵਾਕ ਆਉਂਦੇ ਨੇ। ਆ ਮੁਸਲਮਾਨਾਂ ਦੇ ਵਿੱਚ ਜਿਹੜਾ ਮੁਰਦੇ ਨੂੰ ਸਾੜਦੇ ਨਹੀਂ ਹਨ, ਇਹ ਵੀ ਭਵਿੱਖਤ ਵਾਕ ਦੇ ਉੱਪਰ ਹੀ ਉਹਨਾਂ ਦੀ ਆਸਥਾ ਜੋ ਹੈ ਉਹ ਨਿਰਭਰ ਹੈ। ਤੁਹਾਡਾ ਕਿਤੇ ਸਮਾਂ ਲੱਗੇ ਤੇ ਜਿਹੜਾ ਬੋਧੀਆਂ ਵਿੱਚ ਦਲਾਈ ਲਾਮਾ ਹੁੰਦਾ ਨਾ, ਉਹਦੇ ਬਾਰੇ ਜ਼ਰੂਰ ਪੜ੍ਹ ਕੇ ਦੇਖਿਓ। ਸੋ ਤੁਹਾਨੂੰ ਇੰਗਲਿਸ਼ ਵਿੱਚ, ਹਿੰਦੀ ਪੰਜਾਬੀ ਦਾ ਮੈਨੂੰ ਨਹੀਂ ਕਹਿ ਸਕਦਾ, ਇੰਗਲਿਸ਼ ਵਿੱਚ ਤੁਹਾਨੂੰ ਉਹਦੀ ਸਾਰੀ ਜਾਣਕਾਰੀ, ਮੈਨੂੰ ਜਿੱਥੋਂ ਤੱਕ ਲੱਗਦਾ ਮੈਂ YouTube ਤੇ ਦੇਖਿਆ ਸੀ, ਸ਼ਾਇਦ ਉਹਦੀ ਡਾਕੂਮੈਂਟਰੀ ਵੀ ਸਾਰੀ, ਮੂਵੀ ਵੀ ਸ਼ਾਇਦ, ਮੇਰਾ ਜਿੱਥੋਂ ਤੱਕ ਅਨੁਮਾਨ ਹੈ, ਮੌਜੂਦਾ ਜਿਹੜਾ ਉਹਨਾਂ ਦਾ ਦਲਾਈ ਲਾਮਾ ਹੈ ਉਹ ਆਪ ਉਹਨਾਂ ਨੇ ਸਾਰਾ ਕੁਝ ਦੱਸਿਆ ਤੇ ਉਹਦੇ ਤੇ ਬਣੀ ਵੀ। ਚਲੋ ਮੂਵੀ ਨੂੰ ਤੇ ਮੈਂ ਪ੍ਰਮੋਟ ਨਹੀਂ ਕਰਦਾਗਾ, ਪਰ ਡਾਕੂਮੈਂਟਰੀ ਦੀ ਗੱਲ ਕਰਦਾ। ਉਹ ਵੀ ਸਾਰਾ ਕੁਝ ਭਵਿੱਖਤ ਵਾਕ ਦੇ ਉੱਪਰ ਹੀ ਨਿਰਭਰ ਹੁੰਦਾ ਹੈ ਕਿ ਛੋਟੇ ਬੱਚੇ ਨੂੰ ਜਿਵੇਂ ਭਵਿੱਖ ਵਾਕ ਹੁੰਦਾ ਹੈ, ਸਾਰਾ ਕੁਝ ਹੁੰਦਾ।
मैं बेनती तां कर रहा भी साडे धर्म विच ऐसे बहुत सारे कथाकड़ ने ਜਿਹੜੇ ਤਰਕਾਂ ਕੁਤਰਕਾਂ ਕਰਦੇ ਨੇ ਭਵਿੱਖਤ ਵਾਕ ਜਿਹੜਾ ਇਹ ਕਦੇ ਨਹੀਂ ਹੋ ਸਕਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਵਿੱਖਤ ਵਾਕ ਕੀਤੇ ਸਨ ਜਿਹੜੇ ਸੱਚ ਹੋਏ। ਬਾਣੀ ਚਾਹੁੰਦੇ ਆਵਣ 78 ਹੈ ਜਾਨ 97 ਹੋਰ ਵੀ ਉੱਠ ਸੀ ਉੱਠੇਗਾ ਮਰਦ ਕਾ ਚੇਲਾ ਫਿਰ ਕਾਇਆ ਕੱਪੜ ਟੁੱਕ ਟੁੱਕ ਹੋਸੀ ਹੋਵੇਗਾ ਹਿੰਦੁਸਤਾਨ ਸੰਭਾਲ ਸੀ ਬੋਲਾ ਸੰਭਾਲ ਸੀ ਸੰਭਾਲੇਗਾ ਚੇਤੇ ਕਰੇਗਾ ਹਿੰਦੁਸਤਾਨ ਮੇਰੀਆਂ ਗੱਲਾਂ ਨੂੰ। 78 ਵਿੱਚ ਆਵੇਗਾ ਤੇ 97 ਵਿੱਚ ਜਾਵੇਗਾ। ਕੌਣ? ਉਹ ਮੰਗੋਲ ਬਾਦਸ਼ਾਹ ਜਿਹਨੂੰ ਅਸੀਂ ਬਾਬਰ ਕਹਿੰਦੇ ਹਾਂ। ਮਹਾਰਾਜ ਦੇ ਭਵਿੱਖਤ ਵਾਕ ਉਹ ਸੱਚੇ ਹੋਏ। ਗੁਰੂ ਅੰਗਦ ਸਾਹਿਬ ਜੀ ਦੇ ਹਮਾਊ ਜਿਹੜਾ ਬਾਬਰ ਦਾ ਪੁੱਤ ਸੀਗਾ ਇਹਨੂੰ ਵੀ ਭਵਿੱਖਤ ਵਾਕ ਕੀਤਾ ਸੀਗਾ ਵੀ ਤੇਰਾ ਰਾਜ ਹੋ ਜਾਏਗਾ ਕੁਝ ਸਮੇਂ ਬਾਅਦ। ਫਿਰ ਸ਼ੇਰਸ਼ਾਹ ਸੂਰੀਆ ਜਿਹਦਾ ਇੱਥੇ ਮਕਬਰਾ ਬਣਿਆ ਨੇੜੇ ਹੀ ਸਾਸਾਰਾਮ ਰੋਹਤਾਸ ਜ਼ਿਲ੍ਹੇ ਵਿੱਚ ਇੱਥੋਂ ਬਿਲਕੁਲ ਨੇੜੇ ਹੀ ਆ। ਤੋ ਉਹਨੂੰ ਜਿੱਤ ਕੇ ਉਹ ਫਿਰ ਰਾਜ ਭਾਗ ਉਹਨੂੰ ਮਿਲਿਆ। ਗੁਰ 10ਵੇਂ ਪਾਤਸ਼ਾਹ ਮਹਾਰਾਜ ਨੇ ਜਿਹੜੇ ਭਵਿੱਖਤ ਵਾਕ ਕਹੇ ਸਨ ਸਾਧ ਸੰਗਤ ਜੀ ਉਹ 100 ਸਾਖੀ 'ਚ ਲਿਖੇ ਨੇ। ਤੁਸੀਂ ਹੈਰਾਨ ਹੋਵੋਗੇ ਕਿ ਪੁਰਾਣੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਇਹਨਾਂ ਰਿਆਸਤਾਂ ਵਿਰਾਸਤਾਂ ਨੂੰ ਸੰਭਾਲ ਕੇ ਰੱਖਿਆ ਉਹਨਾਂ ਨੂੰ ਪਤਾ ਹੋਵੇਗਾ। ਆ ਜਿਹੜੇ ਫਰੰਗੀਏ ਸੀ ਨਾ ਇਹਨਾਂ ਨੂੰ ਜਦੋਂ ਪਤਾ ਲੱਗਦਾ ਸੀਗਾ ਕਿ ਫਲਾਣੇ ਘਰ ਦੇ ਵਿੱਚ 100 ਸਾਖੀ ਆ ਘਰ ਸਾੜ ਦਿੰਦੇ ਸੀ ਤੇਲ ਪਾ ਕੇ। ਨਿਆਣਿਆਂ ਟੱਬਰ ਟੋਰ ਦੇ ਸਮੇਤ ਘਰ ਲੂਹ ਕੇ ਰੱਖ ਦਿੰਦੇ ਸੀਗੇ ਵੀ ਇਸ ਘਰ ਦੇ ਵਿੱਚ 100 ਸਾਖੀ ਆ ਘਰ ਦੇ ਵਿੱਚ 100 ਸਾਖੀ ਆ। ਪੁਰਾਣੇ ਬਜ਼ੁਰਗਾਂ ਨੇ 100 ਸਾਖੀ ਨੂੰ ਤੂੜੀਆਂ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਗੁਪਤ ਚੀਜ਼ਾਂ ਵਿੱਚ ਲੁਕੋ ਕੇ ਸੰਭਾਲ ਕੇ ਰੱਖਿਆ ਸੀ। ਉਹ 100 ਸਾਖੀ ਤੁਸੀਂ ਪੜ੍ਹਨੀ ਹੋਵੇ ਤੇ ਪਿਆਰਾ ਸਿੰਘ ਜੀ ਪਦਮ ਉਹਨਾਂ ਦਾ ਸੰਪਾਦਨ ਹੈ। 100 ਸਾਖੀ ਦੇ ਬਾਰੇ ਉਹਨਾਂ ਨੇ ਬੜੇ ਵਿਚਾਰ ਵੀ ਦਿੱਤੇ। ਦਾਸ ਨੇ ਸਾਰੀ ਪੜ੍ਹੀ ਹੈ 2-3 ਵਾਰੀ। ਤੇ ਮੈਨੂੰ ਲੱਗਦਾ ਪਟਿਆਲਾ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਆ, ਜ਼ਰੂਰ ਪੜ੍ਹੋ। ਉਹਦੇ ਵਿੱਚ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਦੇ ਬਹੁਤ ਸਾਰੇ ਬਚਨ ਸਾਧ ਸੰਗਤ ਜੀ ਸਫਲ ਹੋਏ। ਇੱਥੇ ਵੀ 2016 ਵਿੱਚ ਕਿਉਂਕਿ 17 'ਚ ਪੁਰਬ ਸੀ ਤੇ 16 'ਚ 10ਵੇਂ ਪਾਤਸ਼ਾਹ ਮਹਾਰਾਜ ਦੀ ਸਾਰੀ ਕਥਾ ਹੋਈ ਤੇ 100 ਸਾਖੀ ਦੇ ਕੁਝ ਅੰਸ਼ਾਂ ਦੀ ਕਥਾ ਇਸੇ ਸਟੇਜ ਤੇ ਦਾਸ ਨੇ ਬਹਿ ਕੇ ਕੀਤੀ। ਉਹਦੇ 'ਚ ਆਉਂਦਾ ਮਹਾਰਾਜ ਕਹਿੰਦੇ ਪੂਰਬ ਤੋਂ ਬੰਦਰ ਮੂਹੇ ਆਉਣਗੇ, ਪੂਰਬ ਤੋਂ ਬੰਦਰ ਮੂਹੇ ਆਉਣਗੇ ਤੇ ਉਹਨਾਂ ਦਾ ਭਾਰਤ ਵਰਸ਼ ਉੱਪਰ ਕਬਜ਼ਾ ਹੋਵੇਗਾ। ਜਿਹੜੇ ਬ੍ਰਿਟਿਸ਼ ਗੋਰੇ ਨੇ ਉਹਨਾਂ ਦੀ ਤੁਸੀਂ ਸ਼ਕਲਾਂ ਸੂਰਤਾਂ ਦੇਖ ਲਓ। ਜੇ ਉਹਨਾਂ ਨੂੰ ਦਾੜਾ ਵੀ ਪ੍ਰਕਾਸ਼ ਹੁੰਦਾ ਦਾੜੀ ਵੀ ਆਉਂਦੀ ਹੈ ਤੇ ਉਹ ਕਿਸ ਟਾਈਪ ਦੀ ਹੁੰਦੀ ਉਹਦੀ ਆਪਾਂ ਖੁੱਲ੍ਹ ਕੇ ਵਿਆਖਿਆ ਨਹੀਂ ਕਰ ਸਕਦੇ। 10ਵੇਂ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਫਰੰਗੀਏ ਬੰਦਰ ਮੂਹੇ ਆਖਿਆ। ਇਹ ਪੂਰਬ ਤੋਂ ਇੱਥੋਂ ਈਸਟ ਇੰਡੀਆ ਕੰਪਨੀ ਲੈ ਕੇ ਇਹ ਸਾਧ ਸੰਗਤ ਜੀ ਇਹ ਆਏ ਸਨ। ਇਹਨਾਂ ਨੇ ਮਹਾਰਾਜ 10ਵੇਂ ਪਾਤਸ਼ਾਹ ਨੇ ਕਿਹਾ ਸੀ ਸੀਸ ਮਹਿਲ ਵਿੱਚ ਇਹਨਾਂ ਦਾ ਵਾਜਾ ਵੱਜੇਗਾ। ਮਹਾਰਾਜਾ ਰਣਜੀਤ ਸਿੰਘ ਸਾਹਿਬ ਉਹਨਾਂ ਦੀ 100 ਸਾਖੀ ਤੇ ਬਹੁਤ ਵੱਡੀ ਆਸਥਾ ਸੀਗੀ। ਸਿੱਖ ਰਾਜ ਤੱਕ ਜਾਂ ਰਾਜ ਦੇ ਨਸ਼ਟ ਹੋਣ ਤੱਕ ਵੀ ਸਿੱਖਾਂ ਦੀ 100 ਸਾਖੀ ਤੇ ਬੜੀ ਪ੍ਰਬਲ ਆਸਥਾ ਸੀਗੀ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਜਿਹੜੇ ਨਾਮਧਾਰੀ ਗੁਰਮੁਖ ਨੇ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਂਗੂ 100 ਸਾਖੀ ਨੂੰ ਪੂਜਦੇ ਨੇ, ਪ੍ਰਕਾਸ਼ ਕਰਦੇ, ਮੱਥੇ ਟੇਕਦੇ ਨੇ। ਇਹ 100 ਸਾਖੀ ਦਾ ਬਹੁਤ ਵੱਡਾ ਭਾਰੀ ਇਹ ਅਦਬ ਕਰਦੇ ਨੇ ਵੀ 100 ਸਾਖੀ 'ਚ ਇਹ ਲਿਖਿਆ ਹੋਇਆ ਇਸ ਤਰ੍ਹਾਂ ਹੋਵੇਗਾ ਇਸ ਤਰ੍ਹਾਂ ਹੋਵੇਗਾ। ਗੁਰੂ 10ਵੇਂ ਪਾਤਸ਼ਾਹ ਮਹਾਰਾਜ ਨੇ ਵੀ ਭਵਿੱਖਤ ਵਾਕ ਕੀਤੇ ਸਨ। ਕੀ ਹੋ ਸਕਦਾ ਹੈ ਇਸ ਤਰ੍ਹਾਂ? ਗੁਰੂ 10ਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ਾਂ ਧਰਮ ਦੇ ਪੁਰਸ਼ਾਂ ਦੇ ਤੇ ਬਚਨ ਸਾਈਡ ਤੇ ਰੱਖ ਦਿਓ। ਤੁਸੀਂ ਗੱਲ ਕਰੋ ਮਨੁੱਖਾਂ ਦੀ। ਚਲੋ ਮਨੁੱਖਾਂ ਦੀ ਗੱਲ ਛੱਡੋ, ਪਸ਼ੂਆਂ ਪੰਛੀਆਂ ਦੀ ਗੱਲ ਕਰ ਲਓ। ਪਸ਼ੂਆਂ ਪੰਛੀਆਂ ਨੂੰ ਵੀ ਭਵਿੱਖਤ ਵਾਕ ਹੋ ਜਾਂਦਾ। ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਭੂਕੰਪ ਆਉਣਾ, ਭੁਚਾਲ ਆਉਣਾ। ਡੰਗਰ ਜਿਹੜੇ ਨੇ ਜਾਨਵਰ ਜਿਹੜੇ ਰੱਸੇ ਤੜਾਉਣ ਲੱਗ ਜਾਂਦੇ ਨੇ ਜਦੋਂ ਭੁਚਾਲ ਆਉਣਾ ਹੁੰਦਾ ਹੈ। ਬੰਦਰ ਜਿਹੜੇ ਨੇ ਇਹਨਾਂ ਆ ਜਿਹੜੇ ਡਿਸਕਵਰੀ ਆਦਿਕ ਚੈਨਲ ਵਾਲਿਆਂ ਨੇ ਪਰਖ ਕੇ ਦੇਖਿਆ CCTV ਕੈਮਰੇ ਲਗਾ ਕੇ ਰੁੱਖਾਂ ਬ੍ਰਿਸ਼ਾਂ ਨੂੰ ਛੱਡ ਕੇ ਮੈਦਾਨੀ ਇਲਾਕਿਆਂ 'ਚ ਆ ਜਾਂਦੇ ਨੇ ਜਦੋਂ ਭੂਕੰਪ ਆਉਣਾ ਹੁੰਦਾ। ਵਿਗਿਆਨ ਕਹਿੰਦਾ ਕਿ ਜ਼ਮੀਨ ਦੇ ਹੇਠਾਂ ਧਰਤੀ ਦੇ ਹੇਠਾਂ ਪਲੇਟਾਂ ਨੇ ਉਹ ਆਪਸ ਵਿੱਚ ਟਕਰਾਉਂਦੀਆਂ ਨੇ, ਉਹਦੇ ਤੋਂ ਇੱਕ ਗੰਧ ਪੈਦਾ ਹੁੰਦੀ, ਸਮੈਲ ਪੈਦਾ ਹੁੰਦੀ ਹੈ। ਉਸ ਸਮੈਲ ਨੂੰ ਜਾਨਵਰ ਸੁੰਘ ਸਕਦੇ ਨੇ ਤੇ ਸਮਝ ਲੈਂਦੇ ਨੇ ਵੀ ਹੁਣ ਕੋਈ ਭੂਕੰਪ ਆਵੇਗਾ, ਕੋਈ ਭੁਚਾਲ ਆਵੇਗਾ, ਕੋਈ ਕੁਦਰਤੀ ਆਫਤ ਆਵੇਗੀ। ਉਹਨਾਂ ਨੂੰ ਪਤਾ ਲੱਗ ਜਾਂਦਾ। ਕੋਈ ਵੀ ਜਾਨਵਰ ਭੂਕੰਪ ਭੁਚਾਲ ਆਦਿਕ ਕੁਦਰਤੀ ਆਫਤ ਦੇ ਨਾਲ ਨਹੀਂ ਮਰਦਾ। ਕੁਝ ਮਨੁੱਖ ਵੀ ਹੁੰਦੇ ਨੇ, ਹੁਣ ਪਤਾ ਨਹੀਂ ਕੋਈ ਮੰਨੇ ਨਾ ਮੰਨੇ। ਅਸੀਂ ਤਾਂ ਧਰਮ ਦੀ ਦੁਨੀਆ 'ਚ ਵਿਚਰਦਿਆਂ, ਗੁਰੂ ਘਰ 'ਚ ਵਿਚਰਦਿਆਂ ਬਹੁਤ ਐਸੇ ਗੁਰਮੁਖ ਦੇਖੇ ਨੇ, ਉਹਨਾਂ ਨੂੰ ਆਉਣ ਵਾਲੇ ਸਮੇਂ ਦੀ ਬਹੁਤ ਸਾਰੀ ਸੋਝੀ ਹੋ ਜਾਂਦੀ ਸੀ। ਤਾਂ ਇਸੇ ਪ੍ਰਕਾਰ ਇਹ ਭਵਿੱਖਤ ਵਾਕ ਦੀ ਜਿਹੜੀ ਕਲਾ, ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਨਾ ਇਹਦੇ ਤੋਂ ਮੁਨਕਰ ਹੋਣਾ ਚਾਹੀਦਾ।
ਪਰ ਮਨੁੱਖੀ ਮਨ ਦੀ ਇੱਕ ਆਦਤ ਬਣ ਗਈ ਕਿ ਜੋ ਮੇਰੇ ਸਮਝ ਵਿੱਚ ਨਹੀਂ ਆ ਰਿਹਾ ਮੈਂ ਕਹਿੰਦਾ ਉਹ ਹੈ ਹੀ ਨਹੀਂ। ਬਸ ਇਹ ਬਹੁਤ ਵੱਡੀ ਭੁੱਲ ਹੈ ਤੇ ਨਾ ਸਮਝੀ ਹੈ। ਤਾਂ ਇਸੇ ਪ੍ਰਕਾਰ ਉਸ ਵੇਲੇ ਪ੍ਰਮਾਤਮਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਥਾਨ ਉੱਪਰ ਸਤਯੁਗ ਦੇ ਵਿੱਚ ਕੁਝ ਭਵਿੱਖਤ ਵਾਕ ਕਹੇ ਹਨ। ਤਬ ਤਰਲੋਕ ਪਤ ਬਚਨ ਬਖਾਨੇ। ਉਸ ਵੇਲੇ ਤਰਲੋਕ ਪਤ ਤਰਲੋਕੀ ਪਤੂ ਪਰਮੇਸ਼ਰ ਵਾਹਿਗੁਰੂ ਜੀ ਨੇ ਭਵਿੱਖ ਦੇ ਬਚਨ ਕਹੇ। ਓਨ ਉਪਕਾਰ ਹੇਤ ਮਨ ਮਾਨੇ। ਔਰ ਸਿਰਫ ਪਰਉਪਕਾਰ ਦੇ ਨਿਮਿਤ ਇਹ ਬਚਨ ਆਖੇ ਹਨ। ਤ੍ਰੇਤਾ ਮਾਹੇ ਹੋਏ ਹਮ ਰਾਮਾ। ਔਰ ਕਿਹਾ ਕਿ ਹੁਣ ਸਤਜੁਗ ਹੈ, ਤ੍ਰੇਤੇ ਵਿੱਚ ਅਸੀਂ ਰਾਮ ਦਾ ਰੂਪ ਧਾਰਨ ਕਰਾਂਗੇ। ਸਾਡਾ ਰਾਮ ਦਾ ਅਵਤਾਰ ਹੋਵੇਗਾ ਜਿਹਦੇ ਵਿੱਚ ਸਾਡੇ ਕੁਝ ਅੰਸ਼ ਹੋਣਗੇ। ਸਾਡਾ ਪੂਰਨ ਅਵਤਾਰ ਨਹੀਂ ਹੋਵੇਗਾ ਪਰ ਸਾਡੇ ਅੰਸ਼ ਹੋਣਗੇ। ਲਵ ਕੁਸ ਸਹਤ ਆਏ ਇਸ ਦਾਮਾ। ਕਿਆ ਇਸ ਸਰੋਵਰ ਦੇ ਇਸ਼ਨਾਨ ਵਾਸਤੇ ਆਪਣੇ ਪੁੱਤਰ ਦੇ ਸਮੇਤ ਇੱਥੇ ਆਵਾਂਗੇ। ਇੱਥੇ ਆਣ ਕੇ ਖੁਦ ਇਸ਼ਨਾਨ ਕਰਾਂਗੇ ਅਸੀਂ। ਸੂਰ ਸਮੂਹ ਸੁਮੱਜਨ ਕਰ ਹੈ। ਔਰ ਸਮੁੱਚੇ ਸੂਰਮਿਆਂ ਦੇ ਸਮੇਤ ਇੱਥੇ ਇਸ਼ਨਾਨ ਕਰਾਂਗੇ। ਤੀਰਥ ਰਾਜ ਪੂਜ ਪਰ ਚੁਰ ਹੈ। ਤੇ ਇਸ ਸਰੋਵਰ ਦੀ ਪੂਜਾ ਕਰਾਂਗੇ। ਰਾਮ ਨੇ ਵੀ ਆਣ ਕੇ ਉਸ ਜਗ੍ਹਾ ਦੀ ਪੂਜਾ ਕੀਤੀ ਅਦਬ ਦੇ ਸਹਿਤ। ਜਗ ਕਰਾਂਗੇ ਪਸ਼ਚਮ ਅੰਗਾ। ਫਿਰ ਪਸ਼ਚਮ ਅੰਗ ਅੰਮ੍ਰਿਤਸਰ ਸਾਹਿਬ ਜੀ ਦੇ ਪਸ਼ਚਮ ਵਾਲੇ ਪਾਸੇ ਜਿੱਥੇ ਰਾਮ ਤੀਰਥ ਬਣਿਆ ਹੋਇਆ ਰਾਜਾ ਸ਼੍ਰੀ ਰਾਮ ਦੇ ਨਾਮ ਤੇ ਬਹੁਤ ਵੱਡਾ, ਸੋ ਉਹ ਸਨਾਤਨੀਆਂ ਦਾ ਤੀਰਥ ਹੈ ਪੰਜਾਬ ਦੀ ਧਰਤੀ ਤੇ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ। ਮੈਨੂੰ ਲੱਗਦਾ 4-5 ਮੀਲ ਤੇ ਹੋਵੇ ਉਹ। ਤੋ ਕਿਹਾ ਉੱਥੇ ਅਸੀਂ ਜਗ ਕਰਾਂਗੇ। ਤੀਨ ਲੋਕ ਸੈਨਾ ਸਭ ਸੰਗਾ। ਔਰ ਤਿੰਨਾਂ ਲੋਕਾਂ ਦੀ ਸੈਨਾ ਸਾਡੇ ਨਾਲ ਹੋਵੇਗੀ। ਤਬ ਮਮ ਸੁਵਨ ਜਾਨ ਮਮ ਪਿਆਰਾ। ਔਰ ਕਿਹਾ ਕਿ ਇਸ ਤੀਰਥ ਨੂੰ ਪਵਿੱਤਰ ਅਤੇ ਪਿਆਰਾ ਜਾਣ ਕੇ ਰਾਜਾ ਸ਼੍ਰੀ ਰਾਮ ਦੇ ਜੋ ਪੁੱਤਰ ਹੋਣਗੇ ਲਾਭ ਅਤੇ ਕੁਸ਼ ਬਾਂਧਾਂਗੇ ਦਵੈਪੁਰ ਅਗਾਰਾ। ਔਰ ਕਿਹਾ ਕਿ 2 ਸ਼ਹਿਰ ਇੱਕ ਲਾਹੌਰ ਤੇ ਕਸੂਰ ਇਹ ਵਸਾਉਣਗੇ। ਬਹੁਤ ਪਾਤ ਲੀਲਾ ਤਬ ਕਹਿ। ਔਰ ਕਿਹਾ ਅਨੇਕਾਂ ਭਾਂਤ ਦੀ ਇੱਥੇ ਲੀਲਾ ਚੋਜ ਹੋਣਗੇ, ਕੌਤਕ ਹੋਣਗੇ। ਸਿੰਧ ਛੇਤਰ ਕੋ ਮਾਨ ਸੁਦੈ ਹੈ। ਔਰ ਕਿਹਾ ਕਿ ਇਸ ਪਵਿੱਤਰ ਸਰੋਵਰ ਨੂੰ ਸੁਦਾਸਰ ਸਾਹਿਬ ਜੀ ਨੂੰ ਬਹੁਤ ਵੱਡਾ ਸਨਮਾਨ ਅਸੀਂ ਦੇਵਾਂਗੇ। ਦੁਆਪਰ ਕ੍ਰਿਸ਼ਨ ਜਦੁਨ ਮੈਂ ਹੋਹੀ। ਔਰ ਕਿਹਾ ਕਿ ਫਿਰ ਸਾਡਾ ਜੋ 16 ਕਲਾ ਜਿਹਦੇ ਵਿੱਚ ਹੋਣਗੀਆਂ ਸਾਡਾ ਅੰਸ਼ ਉਹ ਕ੍ਰਿਸ਼ਨ ਦਾ ਅਵਤਾਰ ਹੋਵੇਗਾ। ਤ੍ਰਿਭਵਨ ਮਾਹੇ ਫਿਰੈ ਮਮ ਦੋਹੀ। ਤੇ ਤਿੰਨਾਂ ਭਵਨਾਂ ਵਿੱਚ ਸਾਡੀ ਦੋਹੀ ਫਿਰੇਗੀ। ਸਭ ਲੀਲਾ ਕਰ ਫਿਰ ਅਵਸਾਨ। ਔਰ ਕਿਹਾ ਕਿ ਸਭ ਤਰ੍ਹਾਂ ਦੀ ਲੀਲਾ ਤੇ ਚੋਜ ਕੌਤਕ ਕਰਾਂਗੇ। ਸੁਦਾ ਸਰੋਵਰ ਕ੍ਰਿਸ਼ਨ ਸਮਾਨ। ਔਰ ਇਸ ਜਗ੍ਹਾ ਦਾ ਫਿਰ ਵੀ ਅਦਬ ਹੋਵੇਗਾ, ਭਾਵ ਸਤਜੁਗ ਤੋਂ ਲੈ ਕੇ ਤ੍ਰੇਤਾ ਦੁਆਪਰ ਤੱਕ ਸਤਕਾਰ ਹੋਵੇਗਾ। ਫਿਰ ਕਲ ਯੁਗ ਸ੍ਰੀ ਚੰਦਹ ਤਾਤ। ਔਰ ਕਿਆ ਫਿਰ ਕਲਯੁਗ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਸਾਹਿਬ ਜੀ ਦੇ ਪਿਤਾ ਭਾਵ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਮ ਸਰੂਪ ਛਿਤ ਅਤ ਵਖਿਆਤ। ਔਰ ਕਿਹਾ ਕਿ ਉਹ ਬਖਿਆਤ ਪ੍ਰਗਟ ਹੀ ਉਹ ਮੇਰਾ ਆਪਣਾ ਨਿਜ ਦਾ ਸਰੂਪ ਹੋਣਗੇ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਗ ਜੋਤ ਬਿਰਾਜ ਰਹੀ ਸ੍ਰੀ ਅਬਚਲ ਨਗਰ ਅਪਾਰ। ਉਹ ਪੂਰਨ ਗੁਰੂ ਅਵਤਾਰ ਹੋਣਗੇ। 10 ਔ ਚਤੁਰਦਸ਼ਾ ਵਪ ਧਰ ਕੈ। ਔਰ ਕਿਆ ਇਸੇ ਪ੍ਰਕਾਰ 10 ਸਰੂਪ ਜਦੋਂ ਅਸੀਂ ਧਾਰਨ ਕਰਾਂਗੇ। ਸਿੰਧ ਛੇਤਰ ਜਸ ਮਹਾ ਪ੍ਰਚੁਰ ਕੈ। ਤੇ ਇਸ ਜਗ੍ਹਾ ਦਾ ਬਹੁਤ ਵੱਡਾ ਮਹੱਤਵ ਅਸੀਂ ਆਪ ਦਰਸਾਵਾਂਗੇ। ਆਦਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੇ ਗਏ ਨੇ। ਪਹਿਲੀ ਵਾਰੀ ਕੜਾਹ ਪ੍ਰਸ਼ਾਦ ਜਿਹੜਾ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਹੀ ਬਣਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਗਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਤੇ ਉੱਥੇ ਰਹੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, 9 ਸਤਿਗੁਰਾਂ ਦੇ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਚਰਨ ਪਾਏ। ਗੁਰ 10ਵੇਂ ਪਾਤਸ਼ਾਹ ਮਹਾਰਾਜ ਦੇ ਸਹੁਰੇ ਜਦੋਂ ਲਾਹੌਰ ਹੋਏ ਉਸ ਵੇਲੇ ਫਿਰ ਵਿਆਹੁਣ ਤਾਂ ਜਾਣਾ ਹੀ ਸੀ। ਮਹਾਰਾਜ ਕਹਿੰਦੇ ਹੁਣ ਜਾਣ ਦੀ ਆਗਿਆ ਨਹੀਂ ਹੈ, ਇੱਥੇ ਹੀ ਅਨੰਦਪੁਰ ਸਾਹਿਬ ਹੀ ਲਾਹੌਰ ਬਣਾਓ। ਉੱਥੇ ਸਾਧ ਸੰਗਤ ਜੀ ਗੁਰੂ ਕਾ ਲਾਹੌਰ ਬਣਾਇਆ। ਮਹਾਰਾਜ ਨੇ ਮਾਝੇ ਵਿੱਚ ਚਰਨ ਨਹੀਂ ਪਾਏ ਹਨ। ਗੁਰ 10ਵੇਂ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰਾਂ ਨੇ। ਇਹ ਸਤਿਗੁਰਾਂ ਦੀ ਕੀ ਮੌਜ ਹੈ ਇਹ ਤਾਂ ਸਾਧ ਸੰਗਤ ਜੀ ਵਕਤ ਹੀ ਦੱਸੇਗਾ। ਤੋ ਗਰੀਬ ਨਿਵਾਜ ਮਹਾਰਾਜ ਨੇ ਇਹ ਸਾਧ ਸੰਗਤ ਜੀ ਪੱਕਾ ਬਚਨ ਆਪਣੇ ਜੀਵਨ ਵਿੱਚ ਰੱਖਿਆ। ਬਹੁਤ ਸਾਰੇ ਸਬੱਬ ਬਣੇ, ਬਹੁਤ ਸਾਰੇ ਚੋਜ ਤੇ ਕੌਤਕ ਬਣੇ। ਸੋ ਵਿਆਹੁਣ ਤੱਕ ਨਹੀਂ ਮਹਾਰਾਜ ਮਾਝੇ ਵਿੱਚ ਪ੍ਰਵੇਸ਼ ਹੋਏ। ਆਪ ਜੀ ਨੇ ਬਿਆਸ ਦਰਿਆ ਨੂੰ ਨਹੀਂ ਲੰਘਿਆ। ਦੁਆਬੇ ਵਿੱਚ ਰਹੇ ਨੇ, ਮਾਲਵੇ 'ਚ ਰਹੇ, ਹੋਰ ਬੇਅੰਤ ਚੋਜ ਕੀਤੇ ਨੇ, ਪਰ 9 ਜਾਮਿਆਂ ਤੱਕ ਸਤਿਗੁਰੂ ਜੀ ਮਹਾਰਾਜ ਨੇ ਸਾਧ ਸੰਗਤ ਜੀ ਚਰਨ ਪਾਏ। ਮਹਿਮਾ ਬੜੀ ਵੱਡੀ ਦਰਸਾਉਂਦੇ ਰਹੇ ਗੁਰ 10ਵੇਂ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ।
ਜਦੋਂ ਮਾਣ ਨੇ ਆਪਣੇ ਘਰ ਦਾ ਇਸ ਤਖਤ ਦਾ ਵੀ ਨਾਮ ਧਰਿਆ ਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਨਾਮ ਦੇ ਉੱਪਰ ਹੀ ਧਰਿਆ ਸੀ ਮਹਾਰਾਜ ਨੇ, ਕਿ ਸਾਡਾ ਹਰੀ ਮੰਦਰ ਤੇ ਸਾਡਾ ਤਖਤ ਪਟਨਾ ਹੀ ਹੈ। ਇਹ ਬਚਨ ਗਰੀਬ ਨਿਵਾਜ ਮਹਾਰਾਜ ਜੀ ਨੇ ਆਪਣੇ ਮੁੱਖ ਰਸਨਾ ਤੋਂ ਦਰਸਾਏ ਹਨ। ਫਿਰ ਜਦੋਂ ਖਾਲਸਾ ਜੀ ਦੀ ਸਿਰਜਣਾ ਕੀਤੀ ਉਦੋਂ ਵੀ ਮਾਣ ਨੇ ਕਿਹਾ ਵੀ ਮੇਰਾ ਗੁਰਸਿੱਖ ਜੋ ਅੰਮ੍ਰਿਤਧਾਰੀ ਹੈ ਸੋ ਉਹ 5 ਤਖਤਾਂ ਦੀ ਜਾ ਕੇ ਯਾਤਰਾ ਕਰੇ, ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਜੀ ਦੇ ਸਥਲ ਤੇ ਜਾ ਕੇ ਜ਼ਰੂਰ ਦਰਸ਼ਨ ਦੀਦਾਰ ਪਾਵੇ। ਔਰ ਆਪਣੀ ਬਾਣੀ ਵਿੱਚ ਵੀ ਮਹਾਰਾਜ ਜੀ ਨੇ ਮਹਿਮਾ ਦਰਸਾਈ, ਪਰ ਗਏ ਨਹੀਂ ਹਨ। ਤੋ ਇਸੇ ਪ੍ਰਕਾਰ ਜਿਹਾ ਜਦੋਂ ਸਾਡੇ 10 ਜਾਮੇ ਹੋਣਗੇ ਇਸ ਜਗ੍ਹਾ ਦੀ ਮਹੱਤਤਾ ਨੂੰ ਫੇਰ ਵੀ ਪ੍ਰਗਟ ਕਰਦੇ ਰਹਾਂਗੇ। ਵੱਡ ਪ੍ਰਤਾਪ ਕਰੋ ਇਹ ਧਾਮ, ਔਰ ਕਿਹਾ ਕਿ ਇਸ ਧਾਮ ਇਸ ਘਰ ਦਾ ਬਹੁਤ ਵੱਡਾ ਪ੍ਰਤਾਪ ਜਣਾਵਾਂਗੇ। ਤੀਨ ਲੋਕ ਮਨ ਅੰਮ੍ਰਿਤ ਨਾਮ, ਔਰ ਕਿਹਾ ਕਿ ਤਿੰਨਾਂ ਲੋਕਾਂ ਦੀ ਮਣੀ ਸ਼ੋਭਾ ਹੈ। ਇਹ ਅੰਮ੍ਰਿਤਸਰ ਸਾਹਿਬ ਜੀ ਦਾ ਪਵਿੱਤਰ ਨਾਮ ਜੋ ਹੈ ਜੁਗ ਜੁਗ ਸੁਦਾ ਸਰੋਵਰ ਸੇਵ। ਔਰ ਕਿਹਾ ਕਿ ਜੁਗਾਂ ਜੁਗਾਂ ਤੱਕ ਇਹ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਸੇਵਾ ਅਸੀਂ ਆਪ ਕਰਦੇ ਰਹਾਂਗੇ। ਆਏ ਨਿਵਾਸ ਕਰੋ ਸੰਗ ਦੇਵ, ਆਪ ਆਣ ਕੇ ਜਿਹੜੇ ਸਾਡੇ ਪ੍ਰਾਪਤੀ ਵਾਲੇ ਦੇਵ ਲੋਕ ਹਨ, ਭਾਵੇਂ ਮਨੁੱਖੀ ਸਰੀਰ ਵਿੱਚ ਵਿਚਰਦੇ ਹੋਣ ਜਾਂ ਦੈਵੀ ਸਰੀਰਾਂ ਦੇ ਵਿੱਚ ਵਿਚਰਦੇ ਹੋਣ, ਉਹਨਾਂ ਦੇ ਸਮੇਤ ਅਸੀਂ ਆਣ ਕੇ ਦਰਸ਼ਨ ਪਾਵਾਂਗੇ। ਏਮ ਸੁਨ ਸੁਨ ਮਾਧਵ ਹਰ ਖਾਨੋ, ਇਸ ਤਰ੍ਹਾਂ ਸੁਣ ਕਰਕੇ ਮਾਧਵ ਰਖੀ ਜਿਹੜਾ ਬਹੁਤ ਪ੍ਰਸੰਨ ਹੋ ਰਿਹਾ। ਸੁਦਾ ਪਾਤਰ ਹਰ ਚਰਨ ਸਮਾਨੋ, ਉਸ ਵੇਲੇ ਪਰਮੇਸ਼ਰ ਦੇ ਚਰਨ ਜਿਹੜੇ ਅੰਮ੍ਰਿਤ ਦੇ ਕੁੰਟ ਦੇ ਸਮਾਨ ਹਨ ਉਹਨਾਂ ਤੇ ਨਮਸਕਾਰ ਕਰਦਾ ਹੈ। ਪਾਤਰ ਸੰਗ ਮੁਨ ਸਜੀ ਸਮਾਦਾ, ਕਹਿੰਦੇ ਉਹ ਮਾਧਵ ਰਖੀ ਜਿਹੜਾ ਹੈ ਸੋ ਨਮਸਕਾਰਾਂ ਕਰਦਾ, ਸਮਾਧੀ ਲਗਾ ਕੇ ਨਾਮ ਜਪ ਰਿਹਾ। ਇਹ ਸਤਿਯੁਗ ਦਾ ਬਚਨ ਹੈ। ਆਪ ਸਥਾਪਨ ਕੀਓ ਅਗਾਦਾ, ਜਿਸ ਜਗ੍ਹਾ ਨੂੰ ਮਹਾਰਾਜ ਜੀ ਨੇ ਆਪ ਸਥਾਪਨ ਕੀਤਾ, ਬੱਧੋ ਪੁਰਖ ਵਿਧਾਤ ਹੈ। ਕਰ ਸਥਾਪਨ ਚਲੇ ਮੁਰਾਰੀ, ਕਹਿੰਦੇ ਇਸ ਤਰ੍ਹਾਂ ਉਸ ਜਗ੍ਹਾ ਨੂੰ ਸਥਾਪਨ ਕਰਕੇ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਅਲੋਪ ਹੋ ਗਏ। ਇੱਕ ਦੋ ਬਚਨ ਇੱਥੇ ਸਮਝਣ ਜੈਸੇ ਹਨ। ਸਾਧ ਸੰਗਤ ਜੀਓ, ਕਈ ਸਨਾਤਨੀ ਵੀਰ, ਸਾਡਾ ਕਿਸੇ ਧਰਮ ਦੇ ਨਾਲ ਕੋਈ ਵਿਰੋਧ ਨਹੀਂ। ਅਸੀਂ ਤੇ ਉਸ ਜਗ੍ਹਾ ਤੇ ਬੈਠੇ ਹਾਂ ਜਿੱਥੇ ਮਾਣ ਨੇ ਦੋਨਾਂ ਕੁੱਜੀਆਂ ਦੇ ਉੱਪਰ ਹੱਥ ਧਰੇ ਹਨ। ਬਹੁਤ ਵੱਡਾ ਸਤਿਕਾਰ ਹੈ ਸਨਾਤਨ ਦਾ, ਬਹੁਤ ਵੱਡਾ ਸਤਿਕਾਰ ਹੈ ਦੀਨੇ ਇਸਲਾਮ ਦਾ। ਸਨਾਤਨ ਨੂੰ ਕੁਰਬਾਨੀਆਂ ਦੀ ਲੋੜ ਪਈ। ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਆਪਣੇ ਆਪੇ ਵਾਰੇ, ਗੁਰਸਿੱਖਾਂ ਨੇ ਆਪਣੇ ਆਪੇ ਨਿਸ਼ਾਵਰ ਕੀਤੇ। ਦੀਨੇ ਇਸਲਾਮ ਲਈ ਬੀਬੀਆਂ, ਔਰਤਾਂ, ਤਰੀਮਤਾਂ, ਬਜ਼ੁਰਗਾਂ ਲਈ ਵੀ ਗੁਰਸਿੱਖਾਂ ਨੇ ਆਪਣੇ ਆਪੇ ਵਾਰੇ ਹਨ। ਪਰ ਜੇ ਕੋਈ ਸਾਡੇ ਧਰਮ ਵਿੱਚ ਸਿਧਾਂਤ ਵਿੱਚ ਸਿੱਧੀ ਦਖਲ ਅੰਦਾਜ਼ੀ ਕਰੇ ਤੇ ਸਿੱਖ ਫਿਰ ਕਦੇ ਵੀ ਸਾਧ ਸੰਗਤ ਜੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੈ, ਚਾਹੇ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ। ਸੋ ਕਈ ਗੁਰਮੁਖਾਂ ਨੇ ਜੋ ਸਨਾਤਨੀ ਹਨ ਰੱਬ ਦੇ ਪਿਆਰੇ, ਉਹਨਾਂ ਨੇ ਅੰਮ੍ਰਿਤਸਰ ਸਾਹਿਬ ਜੀ ਤੋਂ ਵੱਧ ਕੇ ਮਹਿਮਾ ਦੁਰਗਿਆਣਾ ਇਤਿਆਦਿਕ ਅਸਥਾਨਾਂ ਦੀ ਦਰਸਾਉਣੀ ਚਾਹੀ ਤੇ ਇਹ ਵੀ ਬਚਨ ਕੀਤੇ ਕਿ ਮਹਾਰਾਜ ਆਪ ਅਖੇ ਦੁਰਗਿਆਣਾ ਮੰਦਰ ਜਾਂ ਹੋਰ ਥਾਵਾਂ ਤੇ ਜਾਂਦੇ ਰਹੇ ਨੇ। ਇਸ ਇਤਿਆਦਿਕ ਇਹ ਕੱਚੇ ਬਚਨ ਕਈਆਂ ਨੇ ਕੀਤੇ ਹਨ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ 1877 ਦਾ ਆਪ ਜੀ ਦਾ ਜਨਮ ਹੈ ਤੇ 1957 ਵਿੱਚ ਆਪ ਜੀ ਨੇ ਆਪਣਾ ਸਰੀਰ ਅਲੋਪ ਕੀਤਾ, ਕਰੀਬਨ 80 ਕੁ ਸਾਲ ਦੀ ਅਵਸਥਾ ਭੋਗ ਕੇ। ਲਾਂਸ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਆਪ ਜੀ ਦੀ ਕੋਠੀ ਅੱਜ ਵੀ ਸ਼ੋਭਾਇਮਾਨ ਹੈ। ਆਪ ਜੀ ਨੇ ਦੱਸਿਆ, ਕਹਿੰਦੇ ਸਾਡੇ ਵਹਿੰਦਿਆਂ ਵਹਿੰਦਿਆਂ ਦੁਰਗਿਆਣਾ ਮੰਦਰ ਸੀ ਨਹੀਂ। ਔਰ ਇਸੇ ਪ੍ਰਕਾਰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਜੀ, ਜਿਨ੍ਹਾਂ ਨੇ 27 ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਕੀਤੀ, ਕਹਿੰਦੇ ਵਹਿੰਦਿਆਂ ਵਹਿੰਦਿਆਂ ਇਹ ਸੱਜਿਆ। ਕਿਉਂਕਿ ਅੰਮ੍ਰਿਤਸਰ ਸਾਹਿਬ ਇਹ ਬੇਆਬਾਦ ਜਗ੍ਹਾ ਸੀ, ਅਸਲ ਵਿੱਚ ਇਹ ਜੰਗਲ ਸੀ, ਇੱਕ ਬੇਆਬਾਦ ਜਗ੍ਹਾ ਸੀ। ਰੁੱਖ ਸਨ ਬਹੁਤੇ ਇੱਥੇ, ਬੇਰੀ ਇਤਿਆਦਿਕ ਦੇ ਰੁੱਖ ਸਨ। ਅੱਜ ਵੀ ਉੱਥੇ ਬੇਰੀਆਂ ਨੇ। ਰਾਮਸਰ ਸਾਹਿਬ ਬੇਰੀ ਹੈ, ਦੁੱਖ ਭੰਜਨੀ ਬੇਰੀ, ਲਾਚੀ ਬੇਰੀ, ਬਾਬੇ ਬੁੱਢੇ ਦੀ ਬੇਰੀ ਹੈ। ਔਰ ਇਤਿਆਦਿਕ ਬੇਰੀ ਇਤਿਆਦਿਕ ਦੇ ਰੁੱਖ ਸਨ, ਬੇਆਬਾਦ ਜਗ੍ਹਾ ਸੀ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਨਿਸ਼ਾਨਦੇਹੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਜੀ ਦੀ ਅਗਵਾਈ ਵਿੱਚ ਭਾਈ ਰਾਮਦਾਸ ਜੀ ਸਾਹਿਬ, ਜਿਨ੍ਹਾਂ ਨੂੰ ਭਾਈ ਜੇਠਾ ਜੀ ਸਾਹਿਬ ਅਸੀਂ ਸਮਝਦੇ ਹਾਂ, ਸਤਿਗੁਰਾਂ ਦਾ ਨਾਮ ਭਾਈ ਰਾਮਦਾਸ ਹੀ ਹੈ, ਜਿਹੜਾ ਨਾਮ ਹੈ ਮਹਾਰਾਜ ਦਾ ਜਨਮਜਾਤ ਜਿਹੜਾ ਨਾਮ ਹੈ। ਤੋ ਉਹਨਾਂ ਨੇ ਮਹਾਰਾਜ ਦੀ ਅਗਵਾਈ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਸਾਧ ਸੰਗਤ ਜੀ ਪ੍ਰਗਟ ਕਰ ਦਿੱਤਾ। ਇਹ ਤੇ ਲੋਕਾਂ ਦੇ ਸੁਭਾਅ ਬਣੇ ਹੋਏ ਨੇ, ਕੁਝ ਲੋਕਾਂ ਦੇ ਵੀ ਨਿੱਕੀ ਜੀ ਪਹਿਲਾਂ ਜਗ੍ਹਾ ਬਣਾ ਲੈਣੀ ਖੁੱਡਾ ਜਿਹਾ, ਮੁੜ ਕੇ ਹੌਲੀ 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 ਇਸ ਤਰ੍ਹਾਂ ਕਹਿ ਦੇਣਾ ਵੀ
ਇਹੋ ਹੀ ਸਾਰਾ ਕੁਝ ਹੈ। ਇਹ ਸਾਧ ਸੰਗਤ ਜੀ ਸੁਭਾਅ ਕੋਈ ਬਹੁਤ ਅੱਛੇ ਨਹੀਂ ਹਨ। ਇਹਦੇ ਨਾਲ ਫਿਰ ਵੱਖਰੇਵੇਂ ਵੱਧਦੇ ਹਨ ਆਪਸ ਵਿੱਚ। ਹੁਣ ਜੇ ਦੋ ਆਪਸ ਵਿੱਚ ਪਾਰਟੀਆਂ ਹੋਣ, ਵੱਟ ਨਾਲ ਵੱਟ ਸਾਂਝੀ ਹੋਵੇ, ਇੱਕ ਦੂਜੇ ਨਾਲ ਸੋਹਣੇ ਤਰੀਕੇ ਨਾਲ ਵਰਤੀਏ। ਕਈ ਵਾਰੀ ਅਸੀਂ ਸੰਦਾਂ ਦਾ ਵੀ ਲੈਣ ਦੇਣ ਕਰ ਲੈਂਦੇ ਹਾਂ, ਦੂਜੇ ਨੂੰ ਵੀ ਕਹਿ ਦਿੰਦੇ ਭਾਈ ਅੱਜ ਮੈਂ ਕਿਤੇ ਜਾਣਾ, ਮੇਰੀ ਮੋਟਰ ਚਲਾ ਦੀ। ਜਾਂ ਪੜੋਸ ਵਿੱਚ ਸਾਡੇ ਗੁਆਂਢ ਵਿੱਚ ਕੋਈ ਇਕੱਠੇ ਰਹਿੰਦੇ ਹੋਣ, ਕਿੰਨੀ ਆਪਸ ਵਿੱਚ ਸਾਡੀ ਸਾਂਝ ਹੁੰਦੀ। ਪਰ ਜੇ ਮੈਂ ਸੋਚਾਂ ਵੀ ਮੇਰੀ ਕੰਧ ਜਿਹੜੀ ਹੈ ਦੂਜੇ ਦੇ 2 ਫੁੱਟ ਅੱਗੇ ਚੱਲ ਜਾਏ, ਜਾਂ ਮੇਰੀ ਵੱਟ ਜਿਹੜੀ ਹੈ ਉਹ 2 ਫੁੱਟ ਹੋਰ ਅੱਗੇ ਚੱਲ ਜਾਏ, ਤੇ ਜਾਣੀ ਤੇ ਹੈ ਨਹੀਂ, ਇਹ ਤੇ ਗੱਲ ਪੂਰੀ ਪੱਕੀ ਹੈ। ਪਰ ਵਾਦ ਵਿਵਾਦ ਵਧੇਗਾ, ਚੈਨ ਜਿਹੜਾ ਹੈ, ਸਕੂਨ ਜਿਹੜਾ ਉਹ ਖਤਮ ਹੋਵੇਗਾ ਦੋ ਪਰਿਵਾਰਾਂ 'ਚ। ਇਹੋ ਚੀਜ਼ਾਂ ਦੋ ਕੌਮਾਂ ਦੇ ਵਿੱਚ ਬਣਦੀਆਂ ਨੇ। ਫਿਰ ਨਿੱਜੀ ਮਸਲੇ ਜਿਹੜੇ ਨੇ, ਫਿਰ ਉਹ ਧਾਰਮਿਕ ਮਸਲੇ ਬਣਦੇ ਨੇ, ਉੱਥੋਂ ਬੜੇ ਸਾਰੇ ਬਖੇੜੇ ਉਤਪੰਨ ਹੁੰਦੇ ਨੇ। ਇਹ ਨਹੀਂ ਹੋਣੇ ਚਾਹੀਦੇ ਹਨ। ਇਹ ਸੁਭਾਅ ਹਰ ਇੱਕ ਮਨੁੱਖ ਮਾਤਰ ਨੂੰ ਤਿਆਗ ਦੇਣਾ ਚਾਹੀਦਾ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਦੀਨੇ ਇਸਲਾਮ ਦਾ ਵਾਕਿਫ ਹੋਵੇ ਜਾਂ ਸਨਾਤਨੀ ਹੋਵੇ, ਜਾਂ ਕੋਈ ਗੁਰੂ ਕਾ ਖਾਲਸਾ ਵੀ ਕਿਉਂ ਨਾ ਹੋਵੇ, ਜਾਂ ਕੋਈ ਵੀ ਹੋਵੇ। ਸਾਧ ਸੰਗਤ ਜੀ, ਇਹ ਸੁਭਾਅ ਜਿਹੜੇ ਨੇ ਮਨੁੱਖੀ ਮਨ ਨੂੰ ਪੂਰੀ ਤਰ੍ਹਾਂ ਦ੍ਰਿੜਤਾ ਦੇ ਸਹਿਤ ਵਧੀਆ ਤਰੀਕੇ ਨਾਲ ਵਿਚਾਰ ਕਰਕੇ, ਆਪੋ ਆਪਣੇ ਧਰਮ ਦਾ ਭਜਨ ਕਰਕੇ, ਨਾਮ ਜਪ ਕੇ, ਸਿਮਰਨ ਚਿੰਤਨ ਉਪਾਸਨਾ ਕਰਕੇ, ਇਹ ਸੁਭਾਅ ਜਿਹੜੇ ਨੇ, ਇਹ ਜਿਹੜੀ ਹੱਠ ਧਰਮੀ ਹੈ, ਇਹਦਾ ਤਿਆਗ ਕਰ ਦੇਣਾ ਚਾਹੀਦਾ ਹੈ। ਨਹੀਂ ਤੇ ਫਿਰ ਇਹ ਠੀਕ ਨਹੀਂ ਹੈ ਸੁਭਾਅ। ਤੋ ਇਸੇ ਪ੍ਰਕਾਰ ਸਾਧ ਸੰਗਤ ਜੀ, ਕਈ ਲੋਕ ਦਾਅਵੇ ਵੀ ਕਰਦੇ ਨੇ ਕਿ ਅੰਮ੍ਰਿਤਸਰ ਸਾਹਿਬ ਸਾਡਾ ਹੈ ਜੀ। ਆਖੇ ਜਿਵੇਂ ਪਹਿਲਾਂ ਵੀ ਇੱਕ ਵਾਰੀ ਬੇਨਤੀ ਕੀਤੀ ਵੀ ਜਿਵੇਂ ਉਹ ਗੁੜ ਨੇ ਰੱਬ ਨੂੰ ਕਿਹਾ ਸੀ ਨਾ ਵੀ ਰੱਬਾ ਆਖੇ ਸਾਰੇ ਮੈਨੂੰ ਖਾਈ ਜਾਂਦੇ ਨੇ, ਵੀ ਤੂੰ ਮੇਰਾ ਨਿਆਂ ਕਰ ਸਾਂ। ਰੱਬ ਨੇ ਕਿਹਾ ਸੀਗਾ ਵੀ ਆਖੇ ਨੇੜੇ ਆ, ਆਖੇ ਉੱਚਾ ਸੁਣਦਾ ਮੈਨੂੰ। ਨੇੜੇ ਆਇਆ, ਰੱਬ ਕਹਿੰਦਾ ਹੋਰ ਨੇੜੇ ਆ, ਕਹਿੰਦਾ ਹੋਰ ਉੱਚੀ ਸੁਣਦਾ ਮੈਨੂੰ। ਨੇੜੇ ਆਇਆ ਤੇ ਰੱਬ ਨੇ ਵੀ ਫੜ ਕੇ ਗੁੜ ਨੂੰ ਆਪਣੇ ਮੂੰਹ 'ਚ ਪਾਇਆ। ਸਾਧ ਸੰਗਤ ਜੀ, ਇਹਨਾਂ ਸਥਾਨਾਂ ਨੂੰ ਹਰ ਇੱਕ ਆਦਮੀ ਆਪਣੇ ਦੱਸਦਾ ਹੈ। ਹਾਂ ਨਹੀਂ ਸਾਰਿਆਂ ਦੇ ਸਾਂਝੇ, ਪਰ ਸਿਰਫ ਆਪਣੇ, ਸਿਰਫ ਮੇਰੇ ਜਾਂ ਸਿਰਫ ਕਿਸੇ ਇੱਕ ਦੇ ਨਹੀਂ ਹਨ। ਇਹ ਤੇ ਸਾਰਿਆਂ ਦੇ ਸਾਂਝੇ ਹਨ। ਸ਼੍ਰੀ ਗੁਰੂ ਜੀ ਮਹਾਰਾਜ ਨੇ ਸਾਧ ਸੰਗਤ ਜੀ 4 ਦਰਵਾਜ਼ੇ ਬਣਾਏ ਨੇ। ਗੁਰੂ ਘਰ ਦੀ ਮਰਜ਼ਾਦਾ ਹੈ। ਗੁਰੂ ਘਰ ਤੁਸੀਂ ਭਾਵੇਂ ਛੋਟਾ ਬਣਾਓ ਜਾਂ ਵੱਡੇ ਤੋਂ ਵੱਡਾ ਸਥਾਨ ਹੋਵੇ, ਖੁੱਲੀ ਤੋਂ ਖੁੱਲੀ ਜਗ੍ਹਾ ਹੋਵੇ, ਇਹ ਮਰਜ਼ਾਦਾ ਹੈ ਸਾਡੇ ਪੰਥ ਦੀ। ਘੱਟੋ ਘੱਟ 4 ਦਰਵਾਜ਼ੇ ਜ਼ਰੂਰ ਚਾਹੀਦੇ, ਵੱਧ ਭਾਵੇਂ ਜਿੰਨੇ ਮਰਜ਼ੀ ਹੋ। ਜਿਵੇਂ ਤਖਤ ਸਾਹਿਬ ਜੀ ਦੇ ਸਾਹਮਣੇ 3, ਮਗਰਲੇ ਪਾਸੇ ਅੱਗੇ ਖੱਬੇ ਸੱਜੇ ਕਿੰਨੇ ਸਾਰੇ ਦਰਵਾਜ਼ੇ, ਪਰ ਘੱਟੋ ਘੱਟ 4 ਦਰਵਾਜ਼ੇ ਜ਼ਰੂਰ ਚਾਹੀਦੇ ਨੇ। ਪੂਰਬ, ਪੱਛਮ, ਦੱਖਣ, ਉੱਤਰ ਵਿੱਚੋਂ ਕੋਈ ਕਿਵੇਂ ਮਰਜ਼ੀ, ਕਦੋਂ ਮਰਜ਼ੀ ਤੇ ਕਿੱਦਾਂ ਮਰਜ਼ੀ ਕੋਈ ਆ ਜਾਵੇ। ਇਹ ਮਹਾਰਾਜ ਦੇ ਘਰ ਦਾ ਸਾਧ ਸੰਗਤ ਜੀ ਬਹੁਤ ਵੱਡਾ ਵਡੱਪਣ। ਮਹਾਰਾਜ ਨੇ ਬਾਬਾ ਫਰੀਦ ਜੀ ਸਾਹਿਬ ਜੋ ਮੁਸਲਮਾਨਾਂ ਵਿੱਚੋਂ, ਉਹਨਾਂ ਦੀ ਬਾਣੀ ਨੂੰ ਆਪਣੀ ਬਾਣੀ ਜਗ੍ਹਾ ਦਿੱਤੀ। ਬ੍ਰਾਹਮਣਾਂ ਦੇ ਵਿੱਚੋਂ ਭਗਤ ਬੇਣੀ ਜੀ ਸਾਹਿਬ, ਭਗਤ ਰਾਮਾਨੰਦ ਜੀ ਸਾਹਿਬ, ਉਹਨਾਂ ਦੀ ਬਾਣੀ ਨੂੰ ਨਿਵਾਜਿਆ। ਕਿੰਨਾ ਸਤਿਕਾਰ ਅਸੀਂ ਕਰਦੇ ਹਾਂ, ਆਰਤੇ ਉਤਾਰਦੇ ਹਾਂ, ਚੌਰ ਕਰਦੇ ਹਾਂ, ਛਤਰ ਚਲਾਉਂਦੇ ਹਾਂ, ਚਵਰ ਚਲਾਉਂਦੇ ਹਾਂ। ਸਾਧ ਸੰਗਤ ਜੀ, ਕੋਈ ਵਖਰੇਵਾਂ ਹੈ ਹੀ ਨਹੀਂ। ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਕਿਸੇ ਪ੍ਰਕਾਰ ਦੀ ਸੋਚਣ ਵਾਲੀ। ਇਹ ਸਭ ਦੇ ਸਾਂਝੇ ਸਥਾਨ ਗਰੀਬ ਨਵਾਜ ਮਹਾਰਾਜ ਜੀ ਨੇ ਮਨੁੱਖਤਾ ਦੇ ਵਾਸਤੇ ਝੋਲੀ ਪਾਏ ਹਨ। ਤਾਂ ਇਸੇ ਪ੍ਰਕਾਰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਆਪਣੇ ਮੁੱਖ ਰਸਨਾ ਤੋਂ ਦਰਸਾਉਂਦੇ ਹਨ। ਤੇ ਇਹ ਮੁੱਖ ਰਸਨਾ ਤੋਂ ਮਹਿਮਾ ਦਰਸਾ ਕੇ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਗੁਪਤ ਹੋ ਗਏ ਹਨ। ਤਵ ਮਾਧਵ ਰਿਖ ਗਿਰਾ ਉਚਾਰੀ। ਜਦੋਂ ਪਰਮੇਸ਼ਰ ਗੁਪਤ ਹੋਏ, ਉਸ ਵੇਲੇ ਮਾਧਵ ਰਖੀ ਨੇ ਫਿਰ ਬੇਨਤੀ ਕੀਤੀ, ਮੋਹਿ ਕਬ ਬਹੁਰ ਦਰਸ ਪ੍ਰਭ ਦੈ ਹੋ। ਮਹਾਰਾਜ ਦੁਬਾਰਾ ਕਦੋਂ ਆਪ ਜੀ ਦਾ ਦਰਸ਼ਨ ਹੋਵੇਗਾ? ਇੱਥੇ ਬਹਿ ਕੇ ਮੈਂ ਤਪੱਸਿਆ ਕਰਾਂ ਤੇ ਦਰਸ਼ਨ ਕਦੋਂ ਹੋਵੇ? ਭਵ ਮੋਚਨ ਪਦ ਕੀ ਅਬ ਜੋ ਹੈ। ਕਹਿੰਦੇ ਮਹਾਰਾਜ ਗਰੀਬ ਨਵਾਜ ਕਿਰਪਾ ਕਰਕੇ ਦੱਸੋ ਕਿ ਮੇਰੇ ਜੰਮਣ ਮਰਨ ਦੇ ਬੰਧਨ ਜਿਹੜੇ ਨੇ ਉਹ ਛੁੱਟ ਜਾਣ ਤੇ ਉੱਤਮ ਜਿਹੜੀ ਪਦਵੀ ਮੈਨੂੰ ਮਿਲ ਜਾਵੇ। ਕਹਿਓ ਤ੍ਰਿਲੋਕੇ ਸੁਰ ਰੁਚ ਬਾਣੀ। ਉਸ ਵੇਲੇ ਤਰਲੋਕੀ ਮਾਲਕ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਨੇ ਆਪਣੇ ਮੁਖ ਤੋਂ ਬਚਨ ਕਹੇ ਹਨ, ਕਲ ਯੁਗ ਵਪ ਹੋਇ ਸਾਰੰਗ ਪਾਣੀ। ਕਿਹਾ ਕਿ ਜਦੋਂ ਕਲਯੁਗ ਦੇ ਵਿੱਚ ਸਾਡਾ ਵਪ, ਸਾਡਾ ਸਰੀਰ ਹੋਵੇਗਾ, ਜੁਗ ਆਉ ਬਾਣ ਧਰੇ ਅਵਤਾਰ। ਉਸ ਵੇਲੇ ਅਸੀਂ 10 ਅਵਤਾਰ ਧਾਰਨ ਕਰਾਂਗੇ। ਉਹ ਸਾਡੇ ਆਪਣੇ ਪ੍ਰਤੱਖ ਅਵਤਾਰ ਹੋਣਗੇ। ਤਬ ਤੁਮ ਕੋ ਦੈ ਹਉ ਦਰਸਾਰਾ। ਉਸ ਵੇਲੇ ਫਿਰ ਅਸੀਂ ਤੁਹਾਨੂੰ ਆਪਣਾ ਦਰਸ਼ਨ ਦੀਦਾਰ ਖੁੱਲਾ ਦੇਵਾਂਗੇ। ਇਮ ਕਹਿ ਦ੍ਰਿਸ਼ਟ ਅਗੋਚਰ ਭਏ। ਕਹਿੰਦੇ ਇਸ ਤਰ੍ਹਾਂ ਕਹਿ ਕੇ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਦਿਸ਼ਟ ਤੋਂ ਓਲੇ ਹੋ ਗਏ ਹਨ। ਸ੍ਰੀ ਬਿਨ ਏਕਲ ਹੀ ਗ੍ਰਹਿ ਗਏ। ਹਾਂ, ਇਸ ਪ੍ਰਕਾਰ ਇਕੱਲੇ ਹੀ ਆਪਣੇ ਨਿਜ ਸਰੂਪ ਦੇ ਵਿੱਚ ਸੱਚਖੰਡ ਵਸੈ ਨਿਰੰਕਾਰ
ਜਿੱਥੇ ਆਪ ਜੀ ਦਾ ਸदैवी ਵਾਸਾ ਹੈ ਉੱਥੇ ਗਏ ਹਨ। ਇਹ ਅਖਿਆਨ ਸੁਨਿਓ ਕਾਸੀਸ। ਇਸ ਵੇਲੇ ਕਾਂਸ਼ੀ ਈਸ਼ਵਰ ਲੋਕਾਂ ਨੇ, ਕਾਂਸ਼ੀ ਦੇ ਰਹਿਣ ਵਾਲੇ ਪੰਡਤਾਂ ਤੇ ਕਾਂਸ਼ੀ ਨਰੇਸ਼ ਨੇ ਇਹ ਅਖਿਆਨ, ਇਹ ਸਾਖੀ ਜਦੋਂ ਸੁਣੀ ਹੈ, ਕ੍ਰਿਤ ਕ੍ਰਿਤ ਭਏ ਚਰਨ ਧਰ ਸੀਸ। ਕਹਿੰਦੇ ਉਸ ਵੇਲੇ ਧੰਨ ਧੰਨ ਹੋ ਗਏ, ਨਮਸਕਾਰ ਕਰਨ ਲੱਗੇ ਭਾਈ ਸਾਹਿਬ ਜੀ ਨੂੰ। ਧੰਨ ਧੰਨ ਕਹਿ ਭਾਗ ਸਰਾਹ। ਧੰਨ ਹਨ, ਧੰਨ ਹਨ, ਧੰਨ ਹੋ ਆਪ ਜੀ, ਇਸ ਤਰ੍ਹਾਂ ਬੇਨਤੀਆਂ ਕਰਨ ਲੱਗੇ। ਗੋਪ ਕਥਾ ਬਰਨੀ ਮੁਨ ਮਨਾਹ। ਔਰ ਕਿਹਾ ਕਿ ਬੜੀ ਵੱਡੀ ਗੁਪਤ ਕਥਾ ਅੱਜ ਆਪ ਜੀ ਨੇ ਸਾਡੇ ਤਾਈਂ ਦਰਸਾਈ ਹੈ। ਜੈ ਗੁਰਦਾਸ ਵਿਮਲ ਮਤ ਗਿਆਨੀ। ਇਹ ਆਪਣੇ ਤਰੀਕੇ ਨਾਲ ਸਤਿਕਾਰ ਕਰਦੇ ਹਨ। ਭਾਈ ਗੁਰਦਾਸ ਜੀ ਸਾਹਿਬ ਆਪ ਜੀ ਦੀ ਜੈ ਹੋਵੇ, ਜੈ ਹੋਵੇ। ਇਹ ਸਨਾਤਨੀਆਂ ਦੇ ਸ਼ਬਦ ਨੇ। ਕਈ ਵਾਰੀ ਅਸੀਂ ਗੁਰੂ ਘਰਾਂ ਦੇ ਵਿੱਚ ਵੀ ਇਹ ਸ਼ਬਦ ਵਰਤਦੇ ਹਾਂ, ਪਰ ਨਹੀਂ, ਸਾਨੂੰ ਉਹੋ ਹੀ ਸ਼ਬਦ ਵਰਤਣੇ ਚਾਹੀਦੇ ਜਿਹੜੇ ਸਾਡੇ ਗੁਰੂ ਮਹਾਰਾਜ ਔਰ ਗੁਰਸਿੱਖਾਂ ਵੱਲੋਂ ਵਰਤਦੇ ਰਹੇ ਹੋਣ। ਉਹੋ ਹੀ ਸ਼ਬਦ ਸਾਨੂੰ ਆਪੋ ਆਪਣੇ ਤਰੀਕੇ ਦੇ ਵਰਤਣੇ ਚਾਹੀਦੇ। ਪਰ ਇਹਨਾਂ ਨੇ ਆਪਣੇ ਤਰੀਕੇ ਨਾਲ ਸਤਿਕਾਰ ਕੀਤਾ। ਨਮਸਕਾਰ ਇਹਨਾਂ ਦੇ ਸਤਿਕਾਰ ਨੂੰ ਮੁਬਾਰਕ ਹੋਵੇ, ਅਦਬ ਹੈ ਇਹਨਾਂ ਦੇ ਸਤਿਕਾਰ ਦਾ। ਜੈ ਗੁਰਦਾਸ, ਜੈ ਗੁਰਦਾਸ, ਜੈ ਹੋਵੇ ਆਪ ਜੀ ਦੀ। ਮੇਵਲ ਮਤ, ਉੱਚੀ ਮਤ ਵਾਲੇ ਹੋ ਆਪ। ਅਬ ਹਮਰੇ ਮਨ ਨਿਸ਼ਚੈ ਠਾਨੀ। ਹੁਣ ਸਾਡੇ ਮਨ ਵਿੱਚ ਬਹੁਤ ਵੱਡਾ ਭਾਰੀ ਨਿਸ਼ਚਾ ਹੋਇਆ ਹੈ। ਤੁਮ ਤੇ ਸੰਸੈ ਗਇਓ ਹਮਾਰਾ। ਕਿਆ ਇਹ ਤੁਹਾਡੇ ਤੋਂ ਸਾਡੇ ਮਨ ਦਾ ਬਹੁਤ ਵੱਡਾ ਸੰਸ਼ਾ ਦੂਰ ਹੋਇਆ। ਵਿਵਿਧ ਵੇਦ ਵਿਦ ਕੀਓ ਉਚਾਰਾ। ਕਿਆ ਇਹ ਤੁਹਾਡੀ ਕਿਰਪਾ ਦੇ ਨਾਲ ਸਾਨੂੰ ਸਾਰਾ ਭੇਦ ਪਤਾ ਲੱਗ ਗਿਆ। ਸਭ ਬੰਧਨ ਕਰ ਸਦਨ ਸਿਧਾਰੇ। ਇਸ ਤਰ੍ਹਾਂ ਨਮਸਕਾਰ ਕਰਕੇ ਸਭ ਲੋਕ ਘਰੇ ਗਏ ਹਨ। ਪੀ ਮਹਿਮਾ ਗੁਰਦਾਸ ਉਦਾਰੇ। ਉਸ ਵੇਲੇ ਭਾਈ ਗੁਰਦਾਸ ਜੀ ਸਾਹਿਬ ਜੀ ਦੀ ਵੱਡੀ ਭਾਰੀ ਮਹਿਮਾ ਹੋਣ ਲੱਗੀ ਹੈ। ਇਕ ਤੋਂ ਨਿਰਭਕੋ ਗੁਰ ਬਨ ਗਇਓ। ਕਹਿੰਦੇ ਇਸ ਤਰ੍ਹਾਂ ਇੱਕ ਤਾਂ ਰਾਜੇ ਦੇ ਗੁਰੂ ਬਣ ਗਏ, ਰਾਜੇ ਨੂੰ ਵੀ ਸਿੱਖੀ ਦੀ ਦਾਤ ਬਖਸ਼ੀ। ਹਰ ਨਰ ਕੋ ਗਨ ਸਿੱਖ ਸੋ ਭਇਓ। ਕਹਿੰਦੇ ਇਸ ਪ੍ਰਕਾਰ ਹੋਰ ਵੀ ਬਹੁਤ ਸਾਰੇ ਗੁਰਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖੀ ਆਪ ਜੀ ਨੇ ਬਖਸ਼ੀ। ਇੱਥੇ ਸਾਧ ਸੰਗਤ ਜੀ ਸਮਾਂ ਕਰੀਬਨ ਸਮਾਪਤੀ ਤੇ ਔਰ ਪ੍ਰਕਰਣ ਵੀ ਕਰੀਬਨ ਸਮਾਪਤੀ ਤੇ ਪਹੁੰਚਿਆ ਹੈ। ਗਰੀਬ ਨਿਵਾਜ ਮਹਾਰਾਜ ਦੀ ਕਥਾ ਆਪਾਂ ਸਾਰਿਆਂ ਨੇ ਸਰਵਣ ਕੀਤੀ। ਬੇਅੰਤ ਗੁਰਸਿੱਖ ਸੰਗਤਾਂ, ਬੇਅੰਤ ਗੁਰਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਮਹਾਰਾਜ ਦੇ ਦਰਬਾਰਾਂ ਵਿੱਚ ਸੋ ਹਾਜ਼ਰੀਆਂ ਭਰਨ ਲੱਗ ਗਈਆਂ ਹਨ, ਕਿਉਂਕਿ ਆਵਾਜਾਈ ਦੇ ਸਾਧਨ ਹੁਣ ਸਧਾਰਨ ਹੋ ਗਏ ਹਨ। ਹਰ ਰੋਜ਼ ਦੀ ਤਰ੍ਹਾਂ ਅਨੇਕਾਂ ਜਹਾਜ਼ ਔਰ ਅਨੇਕਾਂ ਰੇਲਾਂ ਪੰਜਾਬ, ਦਿੱਲੀ ਆਦਿਕ ਪ੍ਰਥਾਵਾਂ ਤੋਂ ਆ ਰਹੀਆਂ ਨੇ। ਗੁਰਸਿੱਖ ਆਣ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਰਹੇ। ਸਾਧ ਸੰਗਤ ਜੀ, ਇਹ ਗੁਰੂ ਪੰਥ ਦਾ ਘਰ ਗੁਰ ਤਖਤ ਹੈ। ਗੁਰ ਦਸਵੇਂ ਪਾਤਸ਼ਾਹ ਮਾਣਨੇ ਨੂੰ ਆਪਣਾ ਆਦ ਤਖਤ ਆਪਣੀ ਰਸਨਾ ਤੋਂ ਦੱਸਿਆ, ਕਿਉਂਕਿ ਮਹਾਰਾਜ ਜੀ ਦਾ ਇਹ ਆਦ ਤਖਤ ਹੈ। ਆਓ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰੀਆਂ ਭਰੋ। ਸੋ ਖਾਲਸਾ ਜੀਓ ਦਾਸ ਅਕਸਰ ਬੇਨਤੀ ਕਰਦਾ, ਇਹ ਮਹਾਰਾਜ ਦਾ ਜਿਹੜਾ ਤਖਤ ਹੈ ਬਹੁਤ ਮਹਾਨ ਤੋਂ ਮਹਾਨ ਹੈ, ਪਰ ਬਾਹਰਮੁਖੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤੇ ਗੁਰਸਿੱਖਾਂ ਦਾ ਧਿਆਨ ਵਿਸ਼ੇਸ਼ ਰੂਪ ਦੇ ਵਿੱਚ ਨਹੀਂ ਗਿਆ। ਜਿਵੇਂ ਹਜੂਰ ਸਾਹਿਬ ਜਾਣ ਦਾ ਮਤਲਬ ਸ਼ਾਇਦ ਇਹੋ ਹੀ ਸੀਗਾ ਕਿ ਕੋਈ ਆਦਮੀ ਵਿਦੇਸ਼ ਚਲਾ ਗਿਆ। ਜਦੋਂ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੇ ਉੱਥੇ ਜਾ ਕੇ ਪਹਿਰੇ ਲਾਏ, ਸੇਵਾਵਾਂ ਕੀਤੀਆਂ, ਉਹਨਾਂ ਜ਼ਮਾਨਿਆਂ ਵਿੱਚ ਸਾਧ ਸੰਗਤ ਜੀ ਗੁਰਦਸਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਖੀਸਾ ਮੇਰਾ ਹੱਥ ਤੇਰਾ ਦੀ ਬਰਕਤ ਵਰਤੀ। ਉਹ ਬਰਕਤ ਅੱਗੇ ਫਲੀਭੂਤ ਹੋਈ। ਫਿਰ 2008 ਵਿੱਚ ਹਜੂਰ ਸਾਹਿਬ ਕਿੰਨਾ ਵੱਡਾ ਭਾਰੀ ਵਿਕਾਸ ਹੋਇਆ। ਸਭ ਕੁਝ ਸਵਾਇਆ ਸੀ ਤੇ ਖੁੱਲ੍ਹ ਕੇ ਵਿਸ਼ਾਲ ਹੋ ਗਿਆ। ਇਵੇਂ ਸਾਧ ਸੰਗਤ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਸਥਾਨ ਪੰਜਾਬ ਤੋਂ ਦੂਰ ਹੋਣ ਕਰਕੇ ਔਰ ਭਰਪੂਰ ਸਿਟੀ ਵਿੱਚ ਹੋਣ ਕਰਕੇ ਬਹੁਤ ਸਾਰੀਆਂ ਰਿਹਾਇਸ਼ ਇਤਿਆਦਿਕ ਦੀਆਂ ਜ਼ਰੂਰਤਾਂ ਉਹ ਸਾਧ ਸੰਗਤ ਜੀ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਰਹੀ ਸ਼ੁਰੂ ਤੋਂ ਹੀ। ਦਾਸਾਂ ਨੇ ਵੀ ਦੇਖਿਆ 2013 ਦੇ ਸ਼ੁਰੂਆਤ ਵਿੱਚ ਆਏ, ਹੌਲੀ ਹੌਲੀ ਉਹ ਸਾਰਾ ਕੁਝ ਬਦਲਦਾ ਗਿਆ। ਹੁਣ ਉਹ ਸਾਧ ਸੰਗਤ ਜੀ ਗੁਰਸਿੱਖਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ ਫਲੀਭੂਤ ਹੋ ਰਹੀਆਂ ਨੇ। ਸਤਿਗੁਰਾਂ ਦੀ ਵੱਡੀ ਭਾਰੀ ਬਖਸ਼ਿਸ਼ ਕਰਦੇ ਤੇ ਸਾਰਾ ਕੁਝ ਮਹਾਰਾਜ ਆਪ ਨੇ। ਵਡਿਆਈ ਮਹਾਰਾਜ ਆਪਣੇ ਗੁਰਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ ਦਿੰਦੇ ਨੇ। ਸਾਡੀ ਸਮੁੱਚਾ ਜੋ ਮੌਜੂਦਾ ਪ੍ਰਬੰਧਕ ਕਮੇਟੀ ਸਰਦਾਰ ਅਵਤਾਰ ਸਿੰਘ ਜੀ ਹਿੱਤ ਦਾਸ ਦਾ ਦਿਲ ਕਰਦਾ ਕਿ ਭਾਈ ਹੀ ਸ਼ਬਦ ਇਹਨਾਂ ਲਈ ਵਰਤਿਆ ਜਾਵੇ, ਕਿਉਂਕਿ ਮਹਾਰਾਜ ਦੀ ਕਿਰਪਾ ਹੈ। ਪ੍ਰਚਾਰਕ ਵਿਦਵਾਨ ਔਰ ਅੰਮ੍ਰਿਤ ਵੇਲੇ ਵੀ ਸਾਰੇ ਗ੍ਰੰਥੀ ਸਿੰਘ ਸੰਗਤ ਜਾਣਦੀ ਆਣ ਕੇ ਇੱਥੇ ਸੋ ਸਧਾਰਨ ਵਸਤਰਾਂ ਵਿੱਚ ਹਾਜ਼ਰ ਹੋਏ ਹੁੰਦੇ ਨੇ। ਤੇ ਮੈਨੂੰ ਪੱਕਾ ਪਤਾ, ਕਨਫਰਮ ਆ ਮੈਂ ਚੰਗੀ ਤਰ੍ਹਾਂ ਕਿ ਸ਼ਾਮ ਨੂੰ ਵੀ ਰੋਜ਼ ਆਪ ਜੀ ਬਿਨਾਂ ਕਿਸੇ
सो नागे तो हर रोज़ कथा सुनते हैं। कई बारी कोई गल पुछ भी लैनी, किसी संगत ने भी पुछना तो शंका कोई होवे संगत का भी, तो वह भी फोन पर साझा कर लेना। जो पता लग जाता भी रोज़ कथा सुनते हैं, सतगुरां की कृपा। हुण कुछ कारज हैं साध संगत जी जिहड़े शुरू होए ने, जिन्होंने छेती ही संपूर्ण होना बहुत जरूरी है, क्योंकि संगत का आने वाले समय में एक सैलाब आवेगा गुरपुरब के आस पास जां उस तो बाद भी। वो ये है कि रहायश की तो कमी पूरी हो सकती सी, जगह की कमी सी। महाराज ने कृपा करके प्रेरिया साडे प्रबंधकी ढांचे नूं, ते इत्थे जिहड़े स्कूल सन गुरु दसवें पातशाह महाराज जी के नाम ते, वो स्कूलों नूं इत्थों हटा के गुरुद्वारा कंगन घाट साहब दसवें पातशाह की गोद विच उन्हां नूं शिफ्ट कर दिता गया, जिहदे करके जगह की कोई बहुती दिक्कत नहीं रही, भावें कि होर भी जगह खरीदी जाएगी। इत्थे जगह बहुत महंगी है, तुसीं आप भी सर्च करके देखो, बहुत महंगी है। और रहायशां बननियां ऐसी भरपूर सिटी विच उस तो भी ज़्यादा महंगियां ते कठिन हैं। दास ने परसों कदवाले भी बेनती की सी कि कोई समय सीगा पंथ की सारी माया पटना साहब आउंदी सी, कोई समय सी, ये सच्चाई है, इतिहास है। यह तुसी किते भाई साहब भाई मनी सिंह साहब जी की शहीदी की कथा पढ़ो, मैं तुहाडे चरनां 'च बेनती करदा जरूर पढ़िओ। उहदे 'च भाई मनी सिंह साहब जी माता सुंदरी जी साहब जी ने एक चिट्ठी लिखते हैं। माता सुंदरी जी 2 साल इत्थे रहे ने पटने गुरु दसवें पातशाह महाराज तो बाद। वो एक चिट्ठी लिखते हैं कि माता जी पंथ की सारी माया पटना साहब जा रही है, तो दरबार साहब माया मस्तानी है, उत्थे जरूरत है प्रबंधां नूं चलाउण लई, ते पंथ नूं आदेश जारी करो कि माया हरमंदर साहब भी आवे। उस वेले माता सुंदरी जी साहब हुक्मनामा जारी करते पंथ दे ताई भी सारी माया पटना साहब आ रही है, हुण माया अपनी हरमंदर साहब भी भेजो, क्योंकि उत्थे भी जरूरत है, उत्थे भी जरूरत है। कहण तो भाव किसी समय पंथ का समुचा ध्यान इस पासे सी हर प्रकार का। हुण दोबारा फिर जरूरत है ताकि होर तख्तां गुरस्थानां की तरह सारा कुछ बैलेंस बन जाए, क्योंकि समुचे गुरस्थानों पर मैं नाम नहीं लै रहा, सब जगह पर रहायशां की कोई बहुती दिक्कत नहीं है, तो इत्थे वड्डी भारी दिक्कत है। कमरे उंगलों के पुटियां ते गिने जा सकते हैं। गुरपुरब के उपर टेंट सिटी इत्यादि बनानी पैंदी, नेड़े गंगा जी बहुती भारी सर्दी भी होंदी है, संगत दूर होने करके सो पूरा लाहा भी नहीं लै पाउंदी, हर एक नूं इच्छा होंदी कि कमरा मिले। एक साडे कोल शब्द है झंडे बुंगे, बुंगा पहला बुंगे हुंदे सन हरेक पिंड दे आपो अपने, तो आपो अपने परिवार वालों कोई 10 लाख रुपया माफ़ करना कोई बहुत ज़्यादा नहीं है। मेरे वर्गा गरीब सिख भी हिम्मत रखता है, आप जी के सारे कृपा वाले हो, 10 लाख रुपया कोई बहुत ज़्यादा नहीं है। 2-2 भरा इकट्ठे होके अपने परिवार वालों पिता के नाम से बजुर्गों के नाम से कमरे की सेवा लिखाओ, किहड़ी गल है भाई, कोई बहुत वड्डी गल नहीं है। हज़ारां की गिनती में घट्टो घट्ट 2, 4, 5 हज़ार ते कमरे होण कि संगत आवे, बड़े आराम दे नाल सारा प्रबंध इंतजाम हो सके। उहदे वास्ते कुछ प्रोग्राम आने वाले समय विच देश और विदेश दे उलीके जाणगे, ते समूह संगत हुणे तो ही सो अपना इंतजाम करके रखो, प्रबंध करके रखो। महाराज की कृपा दे नाल गरीब नवाज महाराज कृपा करन, हाजरियां भरो, गुरु दसवें पातशाह महाराज की सेवा करो। जिन्हों के कोल बहुती माया, इन्नी कमाया आउंदी जाती रहिंदी, पता ही नहीं लगता कित्थे चल गई, पता ही नहीं लगता। पर जिहड़ा कमरा बन गया एक बारी, वो तो सदियां तक फिर महाराज के घर में साडी जगह बन जानी है। इस करके आलस ना किया जाए, ना कंजूसी की जाए। गुरु नानक साहब कृपा करके खजाने भरनगे। महाराज दसवें पातशाह कृपा करन, गरीब नवाज चौधरी प्रीतम सतगुरु। और इस विच मीडिया साडा बहुत वड्डा भरपूर सहयोग कर रहा, जिथे चढ़दी कला टाइम टीवी, संगत टीवी पूरे यूरोप दे विच, यूके इत्यादि देशों के विच साडे तखत साहब जी का ऑफिशियल पेज, उत्थे भाई सुदीप सिंह जी जनहित गुरबाणी वाले, क्योंकि असीं भी जदों इत्थों बाहर चले जाईदा छुट्टी ते जां होर, ते साध संगत जी सच्चाई आ, मन नूं ना कदे कदे खिच पैंदी है भी अपना घर वेख लीए भी इस टाइम कीर्तन हो रहा, कथा हो रही, की हो रहा। तो उस वेले असीं यूट्यूब पर सर्च करते हैं जनहित गुरबाणी, तो करीबन मैं मेरा आइडिया कि 15-16 घंटे ये लाइव तखत साहब जी के दर्शन कराउंदे ने, बहुत निष्काम भावना दे नाल। सो सतगुरु गरीब नवाज महाराज कृपा करन, सारिआं नूं अपनियां सेवावां दा अवसर, समर्था
ਔਰ ਤਾਕਤ ਪ੍ਰਦਾਨ ਕਰਨ। ਸਮੁੱਚਾ ਪੰਥ ਜਿਵੇਂ ਸਰਬੱਤ ਦਾ ਭਲਾ ਚੈਰੀਟੇਬਲ ਜੋ ਟਰਸਟ ਹੈ ਉਹਨਾਂ ਨੇ ਇੱਥੇ ਟੈਸਟਿੰਗ ਲਾਇਬ ਔਰ ਹੋਰ ਇੰਤਜ਼ਾਮ ਕੀਤੇ ਨੇ। ਸੋ ਮੈਂ ਦੋਵੇਂ ਹੱਥ ਜੋੜ ਕੇ ਹੋਰ ਜਿੰਨੀਆਂ ਵੀ ਸਮਾਜ ਦੇ ਭਲੇ ਕਰਨ ਵਾਲੀਆਂ ਸਮਾਜ ਭਲਾਈ ਸੰਸਥਾਵਾਂ ਨੇ ਉਹਨਾਂ ਨੂੰ ਮੈਂ ਸੱਦਾ ਦਿੰਦਾ, ਬੇਨਤੀ ਕਰਦਾ ਕਿ ਭਾਈ ਇੱਥੇ ਆਣ ਕੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨ ਝਾੜੋ, ਮਹਾਰਾਜ ਦੇ ਜੋੜੇ ਝਾੜੋ, ਮਨ ਤਨ ਧਨ ਕਰਕੇ ਸੇਵਾਵਾਂ ਨਿਭਾਓ। ਬਹੁਤ ਸਾਰੀਆਂ ਜ਼ਰੂਰਤਾਂ ਨੇ ਜਿਹਦੇ ਨਾਲ ਸੰਗਤ ਨੂੰ ਗੁਰੂ ਪੰਥ ਨੂੰ ਹੋਰ ਵੀ ਸੌਖਾ ਹੋਵੇਗਾ। ਸਮਾਂ ਪੂਰਾ ਹੋਇਆ, ਪ੍ਰਕਰਣ ਵੀ ਪੂਰਾ ਹੋਇਆ। ਅਗਲੀ ਕਥਾ ਅਗਲੇ ਦੀਵਾਨਾਂ ਵਿੱਚ ਸਮੇਂ ਸਿਰ ਪੁੱਜ ਕੇ ਆਪਾਂ ਸਰਵਣ ਕਰਾਂਗੇ। ਲੇਖੈ ਗਣਤ ਨਾ ਛੁੱਟੀਐ ਕਾਚੀ ਪੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।